ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਜੀਵ ਭਾਸਕਰ, ਸੀਨੀਅਰ ਪੱਤਰਕਾਰ। ਸਵਾਗਤ ਹੈ ਭਾਸਕਰ ਸਾਹਿਬ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਦੀਵਾਲੀ ਮੁਬਾਰਕ ਹੋਵੇ। ਸਾਡੇ ਸਹਾਫੀ ਮਿੱਤਰ ਨੇ ਗੁਰਦੇਵ ਮੁੱਲਾਂਪੁਰੀ, ਜਗਮਣੀ ਦੇ ਪੱਤਰਕਾਰ ਨੇ ਤੇ ਹਮੇਸ਼ਾ ਟੇਢੀ ਅੱਖ ਨਾਲ ਸਿਆਸਤਾਂ ਨੂੰ ਵੇਖਦੇ। ਕੱਲ ਮੈਨੂੰ ਸ਼ਾਮੀ ਜੀ ਕਹਿੰਦੇ ਰੰਧਾਵਾ ਸਾਹਿਬ, ਜਦੋਂ ਬਾਦਲ ਨਾਭੇ ਗੇੜਾ ਮਾਰ ਕੇ ਆਏ, ਜੋ ਉਹਨਾਂ ਕਿਹਾ ਉਹਦੇ ਤੁਸੀਂ ਸਹੀ ਅਰਥ ਨਹੀਂ ਲਏ। ਮੈਂ ਕਿਹਾ ਜੀ ਤੁਸੀਂ ਸਮਝਾ ਦਿਓ। ਕਹਿੰਦੇ ਬਾਦਲ ਸਾਹਿਬ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਨਾ ਕਿ ਪਾਰਟੀ ਨਹੀਂ ਛੱਡਣੀ ਚਾਹੀਦੀ, ਇਹੋ ਜਿਹੇ ਮਾਹੌਲ ਬਣਦੇ ਰਹਿੰਦੇ ਆ, ਪਾਰਟੀਆਂ 'ਚ ਰਹਿਣਾ ਚਾਹੀਦਾ। ਮੇਰੇ ਨਾਲ ਵੀ ਕਈ ਵਾਰੀ ਹੋਇਆ। ਕਹਿੰਦੇ ਕੈਪਟਨ ਨਾਲ ਕੋਈ ਹੇਰਵਾ ਨਹੀਂ ਸੀ, ਕੋਈ ਸਾਖ ਸਕੀਰੀ ਨਹੀਂ ਸੀ। ਸਵਾਲ ਢਿੱਡ ਦਾ ਸੀ ਕਿ ਜਦੋਂ ਮਨਪ੍ਰੀਤ ਬਾਦਲ ਨੇ ਪੀਪਲਸ ਪਾਰਟੀ ਆਫ ਪੰਜਾਬ ਬਣਾਈ ਸੀ ਨਾ, ਅਕਾਲੀ ਦਲ ਚੋਂ ਨਿਕਲ ਕੇ, ਤੇ ਇਲੈਕਸ਼ਨ ਦੇ ਉਦੋਂ ਰਿਜ਼ਲਟ ਆ ਰਹੇ ਸੀਗੇ ਤੇ ਬਾਦਲ ਪਿਓ ਪੁੱਤ ਦੋਵੇਂ ਪਿੰਡ ਖੇਸੀ ਲੈ ਕੇ ਸੁੱਤੇ ਪਏ ਸੀ। ਮੈਂ ਕਿਹਾ ਤੁਸੀਂ ਦੇਖੇ ਕੋਲੋਂ? ਕਹਿੰਦੇ ਨਹੀਂ, ਕਨਸੋ ਮਿਲ ਜਾਂਦੀ ਹੈ ਨਾ ਜੀ। ਤੇ ਉਧਰੋਂ ਨਤੀਜੇ ਅਨਾਉਂਸ ਹੋ ਰਹੇ ਸੀ, 12 ਕੁ ਵਜੇ ਹੋਣਗੇ, ਬਾਦਲ ਸਾਹਿਬ ਛਾਲ ਮਾਰ ਕੇ ਉੱਠੇ ਵੀ ਚੰਡੀਗੜ੍ਹ ਵਾਲਾ ਘਰ ਛੱਡਣਾ ਨਹੀਂ ਪੈਣਾ। ਸੋ ਮੈਂ ਕਿਹਾ ਜੀ ਇਹਦੇ ਅਰਥ ਸਮਝਾ ਦਿਓ। ਕਹਿੰਦੇ ਜੀ ਮਨਪ੍ਰੀਤ ਬਾਦਲ ਬਾਹਰ ਨਿਕਲੇ ਪਾਰਟੀ ਚੋਂ ਤੇ ਇੰਜ ਲੱਗਦਾ ਸੀ ਉਹ ਕਾਲੀਆਂ ਦੀ ਵੋਟ ਖਰਾਬ ਕਰ ਦੇਣਗੇ, ਪਰ ਉਹਨਾਂ ਨੇ ਕਾਲੀਆਂ ਦੀ ਜਿੰਨੀ ਖਿਲਾਫਤ ਵਾਲੀ ਵੋਟ ਸੀ, ਜਿਹਨੂੰ ਐਂਟੀ ਇਨਕੰਬੈਂਸੀ ਕਹਿੰਦੇ ਆ, ਉਹ ਸਾਰੀ ਵੋਟ ਖਾ ਲਈ, ਜਿਹੜੀ ਸਿੱਧੀ ਕਾਂਗਰਸ ਨੂੰ ਸ਼ਿਫਟ ਹੋਣੀ ਸੀ। ਤੇ ਕਾਂਗਰਸ ਨੂੰ ਕੋਈ ਵੋਟ ਇਜ਼ਾਫਾ ਨਾ ਮਿਲਿਆ ਤੇ ਕਾਲੀਆਂ ਦੀ ਵੋਟ ਜਿਹੜੀ ਆ ਉਹ ਉਹਨਾਂ ਨੂੰ ਮਿਲ ਗਈ, ਤੇ ਜਿਹੜੀ ਖਰਾਬ ਵੋਟ ਜਾਣੀ ਸੀ ਉਹ ਦੂਜੇ ਬੰਨੇ ਜਾ ਵੜੀ। ਬਾਦਲ ਹੋਰੀ ਜਿੱਤ ਗਏ, ਦੂਜੀ ਵਾਰੀ ਸਰਕਾਰ ਬਣਾ ਗਏ। ਤੇ ਉਹਨਾਂ ਨੂੰ ਇਹੀ ਰੱਖਿਆ ਸੀ ਵੀ ਜੇ ਕੈਪਟਨ ਅਮਰਿੰਦਰ ਵੀ ਕਾਂਗਰਸ ਦੀ ਇਹੀ ਵੋਟ ਖਾ ਗਏ ਤੇ ਅਸੀਂ ਤਾਂ ਫਿਰ ਐਰਕਾਂ ਸੁੱਕੇ ਹੀ ਰਹਿ ਜਾਣਾ, ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਵੀ ਰਹਿ ਜਾਣਗੇ। ਸੋ ਮੈਨੂੰ ਉਹਨਾਂ ਦੀ ਗੱਲ 'ਚ ਥੋੜਾ ਜਿਹਾ ਵਜਨ ਤਾਂ ਲੱਗਿਆ, ਪਰ ਮੈਂ ਜਿਉਂ ਹੀ ਦ੍ਰਿਸ਼ ਨੂੰ ਦੇਖਿਆ ਦੂਜੇ ਬੰਨਿਓ ਤਾਂ ਮੈਨੂੰ ਇਹ ਲੱਗਿਆ ਉਦੋਂ ਦੋ ਪਾਰਟੀਆਂ ਸੀ ਔਰ ਇੱਕ ਪਾਰਟੀ ਚੋਂ ਨਿਕਲ ਕੇ ਨਵੀਂ ਪਾਰਟੀ ਬਣ ਗਈ ਸੀ, ਔਰ ਤਿੰਨ ਧਿਰੀ ਮੁਕਾਬਲਾ ਦਿਸਦਾ ਸੀ ਜਿਹੜਾ ਹੋਇਆ, ਦੋ ਧਿਰੀ ਔਰ ਇੱਕ ਵੋਟ ਜਿਹੜੀ ਥੋੜੀ ਜਿਹੀ ਮਾਤਰਾ 'ਚ ਚਲੇਗੀ ਮਨਪ੍ਰੀਤ ਨੂੰ। ਲੇਕਿਨ ਐਤਕਾਂ ਤਾਂ ਤੀਜੀ ਧਿਰ ਆਲਰੇਡੀ ਮੌਜੂਦ ਆ। ਐਤਕੀ ਕੈਪਟਨ ਅਮਰਿੰਦਰ ਸਿੰਘ ਕਿਹਦੀ ਵੋਟ ਖਾਣਗੇ, ਇਹਦੇ ਉੱਤੇ ਗੱਲ ਕਰਾਂਗੇ। ਹੰਗ ਅਸੈਂਬਲੀ ਕਿਸੇ ਨੂੰ ਬਹੁਮਤ ਮਿਲਦਾ ਜਾਂ ਬਾਕੀ ਚੀਜ਼ਾਂ ਮੈਂ ਤੁਹਾਡੇ ਤੋਂ ਪੁੱਛਣਾ, ਤੇ ਮੁੱਲਾਂਪੁਰੀ ਸਾਹਿਬ ਦੀ ਗੱਲ ਦਾ ਜਵਾਬ ਵੀ ਮੈਨੂੰ ਤੱਥਾਂ ਤੇ ਚਾਹੀਦਾ। ਤੇ ਦੂਜੀ ਗੱਲ, ਜਦੋਂ ਕੇਂਦਰ ਨੇ ਆਪਣੇ 10 ਔਰ 5 ਰੁਪਏ ਡੀਜ਼ਲ ਪੈਟਰੋਲ ਘਟਾਤਾ ਤੇ ਸਾਡੇ ਚੰਨੀ ਸਾਹਿਬ ਦੀਵਾਲੀ ਸੁੱਕੀ ਕਿਉਂ ਲੰਘਾ ਚੱਲੇ ਆ? ਘਰੇ ਬੈਠੇ ਹੀ ਐਲਾਨ ਕਰ ਦਿੰਦੇ। ਕੋਈ 5-7 ਰੁਪਈਆ ਸਟੇਟ ਗਵਰਨਮੈਂਟ ਵੀ ਛੱਡੇ, ਟੈਕਸ ਇਹਨਾਂ ਦੇ ਵੀ ਬਥੇਰੇ ਆ। ਲੋਕ ਟਿਕਟ ਹੀ ਲਾ ਕੇ ਵਹਿੰਦੇ ਆ ਕਿ ਆਮ ਬੰਦਾ ਬਤੌਰ ਮੁੱਖ ਮੰਤਰੀ, ਆਮ ਬੰਦੇ ਦੇ ਦੁੱਖ ਥੋੜੇ ਜਿਹੇ ਹਰੇ ਨਾ ਭਾਈ। ਤੀਜੀ ਗੱਲ, ਜੇ ਇਸ ਤੋਂ ਅੱਗੇ ਜਾਂਦੇ ਆ ਤੇ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲੈਣੀਆਂ ਇਲੈਕਸ਼ਨ ਜਿੱਤਣ ਲਈ, ਇਹ ਸੁਣਿਆ ਜਾ ਰਿਹਾ, ਸੁਰਖੀ ਬਣ ਰਹੀ ਆ। ਪ੍ਰਸ਼ਾਂਤ ਕਿਸ਼ੋਰ ਦੀ ਫੀਸ ਵਾਹਵਾ ਮੋਟੀ ਹੁੰਦੀ, ਕਿੱਥੋਂ ਆਉਣੀ ਆ? ਇਹਦੇ ਤੇ ਵੀ ਗੱਲ ਕਰਾਂਗੇ। ਜਾਂ ਪ੍ਰਬੰਧ ਅੱਜ ਕੱਲ ਹੋ ਜਾਂਦੇ ਆ, ਪੰਜਾਬ ਦੀ ਇੰਡਸਟਰੀ ਮਰੀ ਮੁਰੀ ਪਈ ਆ, ਸਨਅਤਕਾਰਾਂ ਨੇ ਕਿੱਥੋਂ ਦੇਣੇ ਆ? ਇਲੈਕਸ਼ਨ ਫੰਡ ਵੀ ਘੱਟ ਹੀ ਹੁੰਦੇ ਆ। ਕਹਿੰਦੇ ਸਿੱਧੂ ਦਾ ਖਾਤਾ ਜਿਹਾ ਖਾਲੀ ਤੁਰਿਆ ਫਿਰਦਾ ਪ੍ਰਦੇਸ਼ ਕਾਂਗਰਸ ਦਾ। ਤੇ ਆਖਰੀ ਗੱਲ ਜਿਹੜੀ ਤੁਸੀਂ ਮੈਨੂੰ ਦੱਸੀ ਕਿ ਕੇਂਦਰ ਕੋਈ ਪ੍ਰਪੋਜ਼ਲ ਲਿਆ ਰਿਹਾ ਅਗਲੇ ਮੰਤਰੀ ਮੰਡਲ 'ਚ ਕਿ ਜਿਹੜੇ ਸਟੇਟਾਂ ਦੇ ਸਿਆਸਤਦਾਨ ਤੇ ਬਿਊਰੋਕਰੈਟ ਨੇ, ਇਹਨਾਂ ਦੀ ਬਾਂਹ ਕਿੱਦਾਂ ਮਰੋੜਨੀ ਆ, ਇਸ ਤਰ੍ਹਾਂ ਦੇ ਪ੍ਰਾਵਧਾਨ ਬਣ ਰਹੇ ਆ। ਸਭ ਤੋਂ ਪਹਿਲਾਂ ਮੁੱਲਾਂਪੁਰੀ ਸਾਹਿਬ ਦੀ ਗੱਲ ਦਾ ਜਵਾਬ ਤਾਂ ਦਿਓ ਕਿ ਕੈਪਟਨ ਸਾਹਿਬ ਕਾਂਗਰਸ ਨੂੰ ਜਿਤਾ ਦੇਣਗੇ। ਪ੍ਰਕਾਸ਼ ਸਿੰਘ ਬਾਦਲ ਦਾ ਜੇ ਇਹ ਫਿਕਰ ਆ ਤੇ ਤੁਹਾਡਾ ਫਿਕਰ ਇਹਦੇ 'ਚ ਸ਼ਾਮਲ ਕਰ ਲਈਏ। ਰੰਧਾਵਾ ਜੀ, ਜਦ ਵੀ ਤੁਸੀਂ ਰਾਜਨੀਤੀ ਨੂੰ ਐਨਾਲਾਈਜ਼ ਕਰਦੇ ਹੋ ਤੇ ਉਹਦੇ ਵਿੱਚ ਬਹੁਤ ਸਾਰੇ ਐਂਗਲ ਹੈਗੇ ਆ। ਜਿਹੜੇ ਮੁੱਲਾਂਪੁਰੀ ਸਾਹਿਬ ਦਾ ਜਿਹੜਾ ਐਂਗਲ ਹੈਗਾ ਉਹ ਵੀ ਕਿਸੇ ਨਾ ਕਿਸੇ ਜਗ੍ਹਾ ਫਿੱਟ ਤੇ ਬੈਠਦਾ ਹੈ। ਯਾਦ ਹੋਏਗਾ ਜਦ ਮਨਪ੍ਰੀਤ ਬਾਦਲ ਉਹਨਾਂ ਨੇ ਪੀਪੀਪੀ ਸ਼ੁਰੂ ਕੀਤੀ ਸੀਗੀ ਤੇ ਉਹਨਾਂ ਦੀ ਉਹ ਭੀੜ ਖਾਸ ਕਰਕੇ ਖਟਕੜ ਕਲਾਂ ਦੇ ਵਿੱਚ, ਮੇਰੇ ਖਿਆਲ ਨਾਲ ਉਸ ਭੀੜ ਨੂੰ ਦੇਖ ਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਸੀਗਾ ਕਿ ਆਉਣ ਵਾਲੀ ਚੋਣਾਂ ਦੇ ਵਿੱਚ ਮਨਪ੍ਰੀਤ ਬਾਦਲ ਇੱਕ ਵੱਡੀ ਧਿਰ ਦੇ ਵਜੋਂ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਵਿਚਰਨਗੇ। ਪਰ ਜਦ ਇਲੈਕਸ਼ਨ ਦੇ ਰਿਜ਼ਲਟ ਆਏ ਤੇ ਉਹ ਬਿਲਕੁਲ ਜ਼ੀਰੋ, ਯਾਨੀ ਇੱਕ ਵੀ ਸੀਟ ਉਹਨਾਂ ਨੂੰ ਨਹੀਂ ਮਿਲੀ। ਫਿਰ ਬਾਅਦ ਚੋਂ ਜਦ ਪੋਸਟ ਪੋਲ ਐਨਾਲਾਈਜ਼ ਕੀਤਾ ਗਿਆ ਤਦ ਤੁਹਾਡੇ ਵਾਲੀ ਇਹ ਗੱਲ ਨਿਕਲ ਕੇ ਆਈ ਕਿ ਜਿੰਨੀ ਵੀ ਐਂਟੀ ਇਨਕੰਬੈਂਸੀ ਦੀ ਵੋਟ ਸੀਗੀ ਬਾਦਲਾਂ ਦੇ ਖਿਲਾਫ ਜਾਂ ਅਕਾਲੀ ਦਲ ਦੇ ਖਿਲਾਫ, ਉਹ ਸਾਰੀ ਦੀ ਸਾਰੀ ਜਾਂ ਉਹਦੇ ਵਿੱਚੋਂ ਬਹੁਤ ਵੱਡਾ ਹਿੱਸਾ ਉਹ ਮਨਪ੍ਰੀਤ ਉਹਨਾਂ ਨੂੰ ਪੈ ਗਿਆ। ਮਨਪ੍ਰੀਤ ਉਹਨਾਂ ਦਾ ਬਣਿਆ ਕੁਛ ਨਹੀਂ ਔਰ ਬਾਦਲ ਪਰਿਵਾਰ ਜਾਂ ਅਕਾਲੀ ਦਲ ਦਾ ਗਿਆ ਕੁਛ ਨਹੀਂ।
ਤੇ ਜਿਹੜੀ ਵੋਟ ਬਾਦਲਾਂ ਦੇ ਖਿਲਾਫ ਭੁਗਤਣੀ ਸੀਗੀ ਉਹ ਸਾਰੀ ਦੀ ਸਾਰੀ ਜਾਂ ਉਹਦੇ ਵਿੱਚੋਂ ਮੈਜੋਰਿਟੀ ਉਹ ਮਨਪ੍ਰੀਤ ਨੂੰ ਭੁਗਤ ਗਈ ਔਰ ਕਾਂਗਰਸ ਖਾਲੀ ਦੀ ਖਾਲੀ ਰਹਿ ਗਈ ਔਰ ਸਰਕਾਰ ਰਿਪੀਟ ਹੋ ਗਈ 2012 ਦੇ ਵਿੱਚ। ਜੀ ਹੁਣ ਗੱਲ ਇਹ ਵੀ ਕਹਿ ਸਕਦੇ ਆ ਕਿ ਐਤਕੀ ਇਲੈਕਸ਼ਨ ਉਹ ਹੈਗੇ ਨੇ 4 ਕਾਰਨਰਡ 5 ਕਾਰਨਰਡ, ਕਿਉਂਕਿ ਕਾਂਗਰਸ ਇੱਕ ਵੱਖਰੀ ਧਿਰ ਹੈਗੀ ਹੈ। ਉਸ ਤੋਂ ਇਲਾਵਾ ਅਕਾਲੀ ਦਲ ਬਸਪਾ ਦਾ ਸਮਝੌਤਾ ਹੋ ਹੀ ਚੁੱਕਾ, ਆਮ ਆਦਮੀ ਪਾਰਟੀ ਵੀ ਲੜ ਰਹੀ ਹੈ ਤੇ ਚੌਥੀ ਹੁਣ ਕੈਪਟਨ ਅਮਰਿੰਦਰ ਸਿੰਘ, ਬੀਜੇਪੀ ਤੇ ਹੋਰ ਜਿਹੜੇ ਅਕਾਲੀ ਫੈਕਸ਼ਨਸ ਹੈਗੇ। ਇਹਦੇ ਵਿੱਚ ਕੌਣ ਕਿਹਦੀ ਵੋਟ ਕੱਟੂਗਾ, ਕਿਉਂਕਿ ਕੈਪਟਨ ਸਾਹਿਬ ਦੇ ਇਲੈਕਸ਼ਨ ਫਰੇ ਦੇ ਵਿੱਚ ਆਉਣ ਤੋਂ ਬਾਅਦ ਅਕਸਰ ਇਹ ਕਿਆਸ ਲਿਆ ਜਾਂਦੇ ਨੇ ਕਿ ਕਾਂਗਰਸ ਨੂੰ ਨੁਕਸਾਨ ਹੋਏਗਾ, ਕਿਉਂਕਿ ਜਿੰਨੀ ਵੀ ਵੋਟ ਕੈਪਟਨ ਸਾਹਿਬ ਨੇ ਕੱਟੀ ਉਹ ਕਾਂਗਰਸ ਦੀ ਕੱਟ ਕੇ ਉਹ ਆਪਣੀ ਕਾਂਗਰਸ ਨੂੰ ਉਹਦਾ ਸਿੱਧਾ ਨੁਕਸਾਨ ਹੋ ਸਕਦਾ ਹੈ। ਪਰ ਜਿਹੜੀ ਇਨਡਾਇਰੈਕਟ ਪੋਲਿਟਿਕਸ ਚੱਲ ਰਹੀ ਹੈ ਜੀ, ਉਸ ਇਨਡਾਇਰੈਕਟ ਪੋਲਿਟਿਕਸ ਦੇ ਵਿੱਚ ਕਿਹਦਾ ਕਿੰਨਾ ਕੁ ਨੁਕਸਾਨ ਹੋਏਗਾ ਪਤਾ ਨਹੀਂ। ਹੁਣ ਕਾਂਗਰਸ ਦੀ ਵੀ ਤੇ ਐਂਟੀ ਇਨਕੰਬੈਂਸੀ ਵੋਟ ਸੀਗੀ ਔਰ ਉਸ ਐਂਟੀ ਇਨਕੰਬੈਂਸੀ ਦੀ ਵੋਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਦਿੱਤਾ ਗਿਆ। ਹੁਣ ਉਸ ਆਧਾਰ ਦੇ ਉੱਤੇ ਵੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲ ਤੱਕ ਬਹੁਤਾ ਕੁਝ ਕੀਤਾ ਨਹੀਂ, ਇਹ ਗੱਲ ਲੋਕਾਂ ਦੇ ਵਿੱਚ ਬੜੇ ਮਤਲਬ ਢੁਕਵੇਂ ਤਰੀਕੇ ਨਾਲ ਜਾ ਚੁੱਕੀ ਹੈ। ਏਦਾਂ ਦੇ ਹਾਲਾਤ ਵਿੱਚ ਉਹਨਾਂ ਦੀ ਹੀ ਐਂਟੀ ਇਨਕੰਬੈਂਸੀ ਜੇ ਕਾਂਗਰਸ ਲੈਣੀ ਚਾਹੇਗੀ ਕਿ ਕੈਪਟਨ ਅਮਰਿੰਦਰ ਸਿੰਘ ਦੀ 4.5 ਸਾਲ ਦੀ ਜਿਹੜੀ ਐਂਟੀ ਇਨਕੰਬੈਂਸੀ ਸੀ ਜਾਂ ਉਹਨਾਂ ਨੇ ਨਹੀਂ ਕੀਤੇ ਹੋਏ ਕੰਮਾਂ ਦਾ, ਉਹ ਕਾਂਗਰਸ ਨੂੰ ਫਾਇਦਾ ਹੋਏਗਾ, ਕਿਉਂਕਿ ਨਵੇਂ ਮੁੱਖ ਮੰਤਰੀ ਹੈ, ਲੋਕਾਂ ਦੇ ਵਿੱਚ ਵਿਚਰ ਰਹੇ ਨੇ, ਕੰਮ ਕਰ ਰਹੇ ਨੇ, ਲੋਕਾਂ ਨੂੰ ਤੋਹਫੇ ਦੇ ਰਹੇ ਨੇ। ਇਹਦਾ ਫਾਇਦਾ ਕਾਂਗਰਸ ਨੂੰ ਕਿੰਨਾ ਕੁ ਮਿਲੇਗਾ ਹੁਣ ਪਤਾ ਨਹੀਂ, ਪਰ ਪੂਰੇ ਇਲੈਕਸ਼ਨ ਦੇ ਵਿੱਚ ਇਹ ਗੱਲ ਸਾਫ਼ ਜ਼ਰੂਰ ਹੋ ਰਹੀ ਹੈ ਕਿ ਹੰਗ ਅਸੈਂਬਲੀ ਦੇ ਚਾਂਸਸ ਡੇ ਬਾਈ ਡੇ ਵੱਧਦੇ ਜਾ ਰਹੇ ਨੇ। ਤੁਹਾਡੀ ਪਹਿਲੀ ਗੱਲ ਦਾ ਮਤਲਬ ਮੈਂ ਐਵੇਂ ਲੈ ਲਵਾਂ ਕਿ ਕੈਪਟਨ ਅਮਰਿੰਦਰ ਸਿੰਘ ਕਰਕੇ ਜਿਹੜੀ ਕਾਂਗਰਸ ਦੇ ਖਿਲਾਫ ਵਿਰੋਧ ਚ ਵੋਟ ਸੀਗੀ ਉਹ ਅਮਰਿੰਦਰ ਨੂੰ ਬਾਹਰ ਕੱਢਣ ਨਾਲ ਅਮਰਿੰਦਰ ਦੇ ਖਾਤੇ 'ਚ ਜਾ ਪਈ ਹੈ। ਉਹ ਉੱਥੇ ਹੀ ਤੁਹਾਨੂੰ ਲੱਗਦਾ ਕਾਂਗਰਸ ਦਾ ਕ੍ਰਾਸ ਵੱਜ ਚੁੱਕਿਆ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਔਰ ਇਹ ਗੱਲ ਵੀ ਸੱਚ ਹੈ ਕਿ ਅਗਲੇ ਤਾਂ ਉਹਨੂੰ ਵੋਟ ਨੂੰ ਹੀ ਪਾਸੇ ਕਰਨ ਲਈ ਜਾਂ ਵੋਟ ਠੀਕ ਰੱਖਣ ਲਈ ਉਹ ਫਾਹਾ ਹੀ ਵੱਢ ਚੁੱਕੇ ਆ, ਪੁਰਾਣੀ ਵਜ਼ਾਰਤ ਵਾਲਾ ਤੇ ਨਵੀਂ ਬਣਾ ਕੇ ਬਹਿ ਗਏ ਹੁਣ ਅੱਗੇ। ਬਿਲਕੁਲ ਠੀਕ ਕਹਿ ਰਹੇ ਹੋ। ਔਰ ਜਿਸ ਤਰੀਕੇ ਨਾਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ 4.5 ਸਾਲ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਸੀਗੇ, ਉਹਨਾਂ ਨੂੰ ਹਟਾ ਦਿੱਤਾ ਗਿਆ। ਉਹ ਹੁਣ ਕੰਪਲੇਨਿੰਗ ਐਟੀਟਿਊਡ ਦੇ ਵਿੱਚ ਵੀ ਹੈਗੇ ਨੇ ਕਿ ਮੇਰੇ ਨਾਲ ਅਨਿਆਏ ਹੋਇਆ। ਸਿੰਪੈਥੀ ਉਹਨਾਂ ਨੂੰ ਕਿੰਨੀ ਕੁ ਮਿਲਦੀ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤੀ ਕੋਈ ਸਿੰਪੈਥੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਲੋਕਾਂ ਦੀ ਨਹੀਂ ਰਹੀ। ਹੁਣ ਕਿਸ ਆਧਾਰ ਤੇ ਉਹ ਵੋਟ ਮੰਗਦੇ ਹੈ ਜਾਂ ਉਹ ਕੀ ਕਹਿ ਕੇ ਕਿ ਮੈਂ 92% ਆਪਣੇ ਮੈਨੀਫੈਸਟੋ ਦੀ ਗੱਲ ਜਾਂ ਮੈਨੀਫੈਸਟੋ ਦੇ ਵਿੱਚ ਕੀਤੇ ਹੋਏ ਵਾਅਦੇ ਪੂਰੇ ਕੀਤੇ ਨੇ, ਇਸ ਕਰਕੇ ਮੈਨੂੰ ਵੋਟ ਦਿਓ, ਇਸ ਗੱਲ ਦੇ ਉੱਤੇ ਮੈਨੂੰ ਲੱਗਦਾ ਨਹੀਂ ਕਿ ਲੋਕਾਂ ਦੇ ਵਿੱਚ ਸਹੀ ਤਰੀਕੇ ਨਾਲ ਇਹ ਗੱਲ ਗਈ ਹੈ, ਕਿਉਂਕਿ ਲੋਕ ਇਸ ਗੱਲ ਨੂੰ ਨਹੀਂ ਮੰਨਦੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਸ ਮੈਨੀਫੈਸਟੋ ਦੇ 92% ਵਾਅਦੇ ਪੂਰੇ ਕਰਤੇ ਨੇ। ਏਦਾਂ ਦੇ ਹਾਲਾਤ ਵਿੱਚ ਜਿੰਨੀ ਐਂਟੀ ਇਨਕੰਬੈਂਸੀ ਸੀਗੀ ਕਾਂਗਰਸ ਦੀ ਉਹ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਹੀ ਤੁਰ ਗਈ। ਔਰ ਕਾਂਗਰਸ ਨੂੰ ਫਾਇਦਾ ਨੁਕਸਾਨ ਹੁਣ ਇੰਟਰਨਲ ਲੜਾਈ ਦੇ ਤਾਂ ਹੋਏਗਾ। ਜਿਹੜਾ ਸਿੱਧੂ ਵਰਸਸ ਚੰਨੀ ਸ਼ੁਰੂ ਹੋਇਆ ਕਾਂਗਰਸ ਦੇ ਵਿੱਚ, ਉਹਦੇ ਕਰਕੇ ਸਿੱਧਾ ਕਾਂਗਰਸ ਨੂੰ ਨੁਕਸਾਨ ਹੁੰਦਾ ਨਜ਼ਰ ਆ ਰਿਹਾ। ਜੇ ਇਹ ਲੜਾਈ ਠੀਕ ਪਾਸੇ ਤੁਰ ਗਈ, ਜੇ ਇਹ ਲੜਾਈ ਅਗਰ ਇਹਦਾ ਕੰਟਰੋਲ ਹੋ ਗਿਆ, ਡੈਮੇਜ ਕੰਟਰੋਲ ਹੋ ਗਿਆ, ਤੇ ਅੱਜ ਵੀ ਕਾਂਗਰਸ ਦਾ ਐਜ ਤੇ ਨਜ਼ਰ ਆਉਂਦਾ ਹੈ, ਕਿਉਂਕਿ ਦੂਜੀ ਕੋਈ ਵੀ ਪੋਲੀਟੀਕਲ ਪਾਰਟੀ ਸੱਤਾ ਦੇ ਨੇੜੇ ਤੇੜੇ ਵੀ ਨਹੀਂ ਨਜ਼ਰ ਆ ਰਹੀ ਫਿਲਹਾਲ। ਪਰ ਅੱਗੇ ਚੱਲ ਕੇ ਪੰਜਾਬ ਦੀ ਰਾਜਨੀਤੀ ਕਿਸ ਕਰਵਟ ਬੈਠੇਗੀ ਉਹ ਤੇ ਬੜਾ ਇੱਕ ਇੰਟਰਸਟਿੰਗ ਹੋਏਗਾ ਔਰ ਉਹਦਾ ਸਾਨੂੰ ਇੰਤਜ਼ਾਰ ਵੀ ਹੋਏਗਾ। ਨਹੀਂ, ਇਹ ਗੱਲ ਠੀਕ ਹੈ। ਫਿਲਹਾਲ ਕਾਂਗਰਸ ਦੀ ਥੋੜੀ ਬਹੁਤ ਐਜ ਤੇ ਹੈਗੀ ਹੈ। ਔਰ ਜੇ ਇਹ ਲੜਾਈ ਚੰਨੀ ਵਰਸਸ ਸਿੱਧੂ ਉਹਨਾਂ ਦੀ ਕੰਟਰੋਲ ਵਿੱਚ ਆ ਜਾਂਦੀ ਹੈ ਔਰ ਦੋਨੋਂ ਇੱਕ ਰੱਥ ਤੇ ਇੱਕ ਬੱਸ ਤੇ ਚੱਲਣ ਨੂੰ ਤਿਆਰ ਹੋ ਜਾਂਦੇ ਹੈ, ਤੇ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਨੂੰ ਅੱਗੇ ਚੱਲ ਕੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਾਂ ਚੋਣਾਂ ਦੇ ਵਿੱਚ ਫਾਇਦਾ ਹੋ ਸਕਦਾ। ਦੇਖੋ, ਇੱਕ ਗੱਲ ਤਾਂ ਭਾਸਕਰ ਸਾਹਿਬ ਸਪਸ਼ਟ ਹੋ ਗਈ ਕਿ ਸ਼ੁਰੂ ਤੋਂ ਜਿਹੜਾ ਚਰਨਜੀਤ ਸਿੰਘ ਚੰਨੀ ਦਾ ਕੈਪਟਨ ਅਮਰਿੰਦਰ ਪ੍ਰਤੀ ਸੌਫਟ ਕਾਰਨਰ ਸੀ ਉਹ ਮੁੱਕ ਗਿਆ ਕੈਪਟਨ ਦੇ ਪਾਰਟੀ ਛੱਡਣ ਨਾਲ। ਹੁਣ ਜਿਹੜੀ ਕੈਪਟਨ ਥ੍ਰੈਟ ਸੀ ਸਿੱਧੂ ਲਈ ਕਿ ਉਹ ਕਦੇ ਵੀ ਧਿਰਾਂ ਦੀ ਰਾਜਨੀਤੀ 'ਚ ਕੈਪਟਨ ਧੜਾ ਖੜਾ ਹੋ ਸਕਦਾ ਤੇ ਮੈਨੂੰ ਕਾਰਨਰ ਕੀਤਾ ਜਾ ਸਕਦਾ, ਉਹ ਗੱਲ ਮੁੱਕ ਗਈ ਹੈ। ਹੁਣ ਸਿੱਧੂ ਦੀ ਲੜਾਈ ਇਸ ਗੱਲ ਤੋਂ ਮੁੱਖ ਮੰਤਰੀ ਨਾਲ ਨਹੀਂ ਹੋਊਗੀ ਕਿ ਉਹ ਫਲਾਣੇ ਧੜੇ ਨਾਲ ਕਿਉਂ ਨੇ। ਹੁਣ ਤਾਂ ਦੋ ਹੀ ਧੜੇ ਰਹਿ ਗਏ, ਇੱਕ ਤਾਂ ਸਰਕਾਰ ਦਾ ਧੜਾ, ਦੂਜਾ ਪ੍ਰਦੇਸ਼ ਪਾਰਟੀ ਦਾ, ਸੰਗਠਨ ਦਾ। ਸੋ ਸਿੱਧੂ ਤਾਂ ਮੈਨੂੰ ਲੱਗਦਾ ਕਿ ਸਿੱਧੇ ਹੀ ਚੱਲਣਗੇ ਹੁਣ, ਔਰ ਅਗਲੇ ਦਿਨਾਂ ਦੇ ਵਿੱਚ ਉਹ ਕੱਲ ਵਰਗੀ ਭਾਸ਼ਾ ਵਰਤਦੇ ਨਜ਼ਰ ਵੀ ਆਉਣਗੇ, ਜਿੱਦਾਂ ਦਾ ਉਹਨਾਂ ਦਾ ਸੁਭਾਅ ਅਗਰੈਸਿਵ ਹੋਣਗੇ। ਮੁੱਖ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਆਪਣੇ ਫੈਸਲੇ ਦੱਸਿਆ ਕਰਨਗੇ ਤੇ ਹੋਰ ਛੋਟੇ ਮੋਟੇ ਫੰਕਸ਼ਨਾਂ 'ਚ ਜਿਵੇਂ ਆਮ ਆਦਮੀ ਦਾ ਅਕਸ ਲੈ ਕੇ ਤੁਰਨਗੇ।
ਸਿੱਧੂ ਹਮਲਾਵਰ ਰੁਖ ਰੱਖਣਗੇ ਔਰ ਹੋ ਸਕਦਾ ਅਗਲੇ ਦਿਨਾਂ 'ਚ ਉਹਨਾਂ ਦਾ ਜਿਹੜਾ ਹਮਲਾਵਰ ਰੁਖ ਆ ਉਹ ਫਿਰ ਬਾਦਲਾਂ ਵੱਲ ਸਿੱਧਾ ਹੋ ਜਾਵੇ, ਕਿਉਂਕਿ ਰਣਨੀਤੀਕਾਰ ਸ਼ਾਇਦ ਇਹੀ ਉਹਨਾਂ ਨੂੰ ਵਾਰਾ ਖਾਂਦਾ ਹੋਊਗਾ ਕਿ ਸਮਾਨਾਂਤਰ ਰਲੇ ਹੋਣ ਦੀ ਰਾਜਨੀਤੀ ਦਾ ਦੋਸ਼ ਲਾ ਕੇ ਹੀ ਸਿੱਧੂ ਅੱਗੇ ਵਧਣ, ਤਾਂ ਕਿ ਦੋਨਾਂ ਨੂੰ ਹੀ ਠੀਕ ਤਰੀਕੇ ਨਾਲ ਜਿਹੜਾ ਕਾਟ ਕੀਤਾ ਜਾ ਸਕੇ, ਕੈਪਟਨ ਔਰ ਬਾਦਲ ਕਿਆਂ ਨੂੰ। ਲੇਕਿਨ ਜਿਹੜਾ ਸਵਾਲ ਖੜਾ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਦੂਜੀਆਂ ਦੋ ਧਿਰਾਂ, ਹੁਣ ਆਮ ਆਦਮੀ ਪਾਰਟੀ ਅਜੇ ਤੱਕ ਆਪਣੇ ਪੱਤੇ ਖੋਲਣ 'ਚ ਅਸਮਰਥ ਆ, ਉਹ ਹੁਣ ਵੋਟ ਦੀ ਜਮਾ ਘਟਾਓ ਦੇ ਵਿੱਚ ਤੀਜੀ ਧਿਰ ਕੌਣ ਹੋਏਗੀ ਜਾਂ ਚੌਥੀ ਧਿਰ ਕੌਣ ਹੋਏਗੀ, ਇਹਦੇ ਤੇ ਫੈਸਲੇ ਹੋਣੇ ਆ। ਜੇ ਆਮ ਆਦਮੀ ਪਾਰਟੀ ਹੌਲੀ ਹੌਲੀ ਪਿਛਾਂਹ ਪਰਤਦੀ ਜਾਂਦੀ ਹੈ ਜਾਂ ਅੱਗੇ ਵੱਧਦੀ ਹੈ, ਇਹ ਦੇਖਣਾ ਹੋਊਗਾ। ਫੈਸਲੇ ਵੱਡੇ ਕਰਨੇ ਪੈਣਗੇ, ਕਿਉਂਕਿ ਜਿਹੜੇ ਉਹਨਾਂ ਨੇ ਪਹਿਲੇ ਫੈਸਲੇ ਕੀਤੇ ਆ ਬਿਜਲੀ ਬੁਜਲੀ ਵਾਲੇ, ਉਹ ਤਾਂ ਚਰਨਜੀਤ ਸਿੰਘ ਚੰਨੀ ਦੇ ਐਲਾਨਾਂ ਤੋਂ ਬਾਅਦ ਸਾਰਿਆਂ ਦੇ ਹੀ ਠੁੱਸ ਹੋ ਗਏ। ਉਹ ਕਹਿੰਦੇ ਸੀ ਕਰਾਂਗੇ, ਇਹਨਾਂ ਨੇ ਕਰਕੇ ਰੱਖਤਾ, ਹੁਣ ਇਹਨੂੰ ਕਾਟ ਕਰਨ ਲਈ ਕੋਈ ਨਵਾਂ ਤੀਰ ਛੱਡਣਾ ਪਊਗਾ। ਬਾਦਲ ਕਿਆਲ ਦੀ ਅਜੇ ਨਵੀਂ ਸੁਰਖੀ ਕੋਈ ਨਹੀਂ ਬਣ ਰਹੀ, ਲੇਕਿਨ ਮੈਂ ਅਗਲਾ ਸਵਾਲ ਕਰੂੰਗਾ ਕਿ ਜੇਕਰ ਕਾਂਗਰਸ ਇੱਕ ਨਵਾਂ ਐਜ, ਜਿਵੇਂ ਤੁਸੀਂ ਕਹਿ ਰਹੇ ਹੋ, ਪ੍ਰਸ਼ਾਂਤ ਕਿਸ਼ੋਰ ਦੇ ਰੂਪ ਦੇ ਵਿੱਚ ਅੱਗੇ ਵਧਾ ਦਿੰਦੀ ਹੈ, ਤਾਂ ਲੜਾਈ ਚੋਣ ਰਣਨੀਤੀਕਾਰਾਂ ਦੀ ਹੋਊਗੀ। ਮੈਨੂੰ ਲੱਗਦਾ ਸਿਆਸਤਦਾਨ ਤਾਂ ਮਹਿਜ ਮੋਹਰੇ ਹੀ ਹੋਣਗੇ। ਇਹ ਲੜਾਈ ਸਾਰੀ ਦੀ ਸਾਰੀ ਵਿਉਂਤੀ ਗਈ ਹੋਊਗੀ। ਇਹ ਲੜਾਈ ਡਿਜੀਟਲ ਹੋਊਗੀ, ਸੋਸ਼ਲ ਮੀਡੀਆ ਪਲੇਟਫਾਰਮਸ ਤੇ ਹੋਊਗੀ, ਜਾਂ ਫਿਰ ਪ੍ਰਿੰਟ ਮੀਡੀਆ ਦੇ ਇਸ਼ਤਿਹਾਰਾਂ ਤੇ ਵੀ ਹੋ ਸਕਦੀ ਆ, ਲੇਕਿਨ ਐਤਕੀ ਸੋਸ਼ਲ ਮੀਡੀਆ ਤੇ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਔਰ ਖਾਸ ਤੌਰ ਤੇ ਜਿਹੜੀਆਂ ਰੈਲੀਆਂ ਹੋਣਗੀਆਂ ਉਹਨਾਂ ਦਾ ਡਿਜੀਟਲਾਈਜੇਸ਼ਨ ਕੀਤਾ ਜਾਊਗਾ, ਉਹਨਾਂ ਨੂੰ ਇੱਕ ਤੋਂ ਵੱਧ ਥਾਵਾਂ ਤੇ ਦਿਖਾਇਆ ਜਾਊਗਾ। ਪ੍ਰਸ਼ਾਂਤ ਕਿਸ਼ੋਰ ਦਾ ਅਸਰ ਤੇ ਅਕਾਲੀ ਦਲ ਵੱਲੋਂ ਜਿਹੜੇ ਉਹਨਾਂ ਦੇ ਹਾਇਰ ਕੀਤੇ ਗਏ ਆ, ਇਹ ਕਿੰਨਾ ਕੁ ਹੋਣ ਵਾਲਾ ਪੰਜਾਬ ਦੀ ਰਾਜਨੀਤੀ ਤੇ ਲੋਕ ਕਿੰਨਾ ਕੁ ਅਸਰ ਲੈਣਗੇ? ਦੇਖੋ, ਸਭ ਤੋਂ ਪਹਿਲੇ ਤੇ ਰੰਧਾਵਾ ਜੀ ਇਹ ਗੱਲ ਸਮਝਣੀ ਪਏਗੀ ਕਿ ਐਤਕੀ ਚੋਣਾਂ ਦੇ ਵਿੱਚ ਰਣਨੀਤੀਕਾਰਾਂ ਦੀ ਇੱਕ ਇੰਪੋਰਟੈਂਸ ਵਧੀ ਹੋਈ ਹੈ, ਕਿਉਂਕਿ ਅਕਾਲੀ ਦਲ ਪਹਿਲੇ ਤੋਂ ਹੀ ਸੁਨੀਲ ਕੋਨੂਗੋਲੂ ਉਹਨਾਂ ਦੇ ਨਾਲ ਆਪਣਾ ਇੱਕ ਐਗਰੀਮੈਂਟ ਕਰ ਚੁੱਕਿਆ, ਔਰ ਉਹ ਉਸ ਐਗਰੀਮੈਂਟ ਦੇ ਤਹਿਤ ਭਾਵੇਂ ਉਹ 13 ਸੂਤਰੀਆ ਪ੍ਰੋਗਰਾਮ ਜਿਹੜਾ ਉਹਨਾਂ ਨੇ ਛੱਡਿਆ ਸੀਗਾ, ਜਾਂ ਫਿਰ ਜਿਹੜੀ ਹੈ ਪੰਜਾਬ ਦੀ ਗੱਲ ਕੀਤੀ ਸੀ ਉਹਨਾਂ ਨੇ, ਭਾਵੇਂ ਉਹ ਠੱਪ ਹੋ ਗਈ, ਪਰ ਉਹ ਰਣਨੀਤੀਕਾਰ ਨੇ ਰਣਨੀਤੀ ਬਣਾ ਕੇ ਉਹਨਾਂ ਨੂੰ ਦਿੱਤੀ ਸੀ, ਉਹਦੇ ਤੇ ਉਦਾਂ ਦਾ ਉਹਦਾ ਤੁਰ ਰਹੇ ਨੇ। ਹੁਣ ਜਿੱਥੇ ਪੰਜਾਬ ਦੇ ਵਿੱਚ ਹੁਣ ਨਵੀਂ ਚੰਨੀ ਸਰਕਾਰ ਦੀ ਗੱਲ ਕਰੀਏ, ਤੇ ਇਸ ਰਣਨੀਤੀ ਦੇ ਨਾਤੇ ਉਹ ਬਿਲਕੁਲ ਫੇਲ ਦੇ ਨਜ਼ਰ ਆ ਰਹੇ ਨੇ, ਕਿਉਂਕਿ ਪਹਿਲੇ ਤੇ ਉਹਨਾਂ ਦੀ ਆਪਸੀ ਲੜਾਈ ਚੱਲ ਰਹੀ ਸੀਗੀ। ਹਜੇ ਤੱਕ ਤੇ ਆਪਾਂ ਇਹ ਮੰਨ ਕੇ ਚੱਲ ਰਹੇ ਸੀ ਕਿ ਵੀ ਫੇਰ ਦੁਬਾਰਾ ਪੰਜਾਬ ਦੇ ਵਿੱਚ PPCC ਵੱਖ ਰੁਖ ਤੇ ਹੈਗੀ ਹੈ, ਤੇ ਦੂਜੇ ਪਾਸੇ ਸਰਕਾਰ ਇੱਕ ਵੱਖਰੇ ਰੂਟ ਤੇ ਚੱਲ ਰਹੀ ਹੈ। ਪਰ ਹੁਣ ਰਣਨੀਤੀਕਾਰ ਦੀ ਗੱਲ ਚੰਨੀ ਉਹਨਾਂ ਨੇ ਆਪ ਕੀਤੀ ਹੈ ਕਿ ਵੀ ਅਸੀਂ ਸੋਚ ਰਹੇ ਹਾਂ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਦੁਬਾਰਾ ਕਾਂਗਰਸ ਦੀ ਮਦਦ ਵਾਸਤੇ ਪੰਜਾਬ ਦੇ ਵਿੱਚ ਐਂਗੇਜ ਕਰੀਏ। ਮੈਨੂੰ ਇਹ ਲੱਗਦਾ ਹੈ ਕਿ ਜਦ ਉਹ ਆ ਜਾਣਗੇ, ਕਿਉਂਕਿ ਐਤਕੀ ਪੋਲਿਟਿਕਸ ਜਾਂ ਇਲੈਕਸ਼ਨ 4 ਕਾਰਨਰਡ 5 ਕਾਰਨਰਡ ਹੈਗੇ ਆ, ਤੇ ਪ੍ਰੋਕਸੀ ਪੋਲਿਟਿਕਸ ਜਿਹਨੂੰ ਆਪਾਂ ਕਹਿੰਦੇ ਆ ਕਿ ਵੀ ਆਪਾਂ ਕੈਰਮ ਬੋਰਡ ਜਿੱਦਾਂ ਖੇਲਦੇ ਆ ਵੀ ਗੋਟੀ ਮਾਰਾਂਗੇ ਕਿੱਥੇ ਤੇ ਲੱਗੇਗੀ ਕਿੱਥੇ, ਐਦਾਂ ਦੀ ਪੋਲਿਟਿਕਸ ਵਾਸਤੇ ਪ੍ਰਸ਼ਾਂਤ ਕਿਸ਼ੋਰ ਵਰਗੇ ਰਣਨੀਤੀਕਾਰ ਆਪਣੀ ਇੱਕ ਵੱਖਰੀ ਪਹਿਚਾਣ ਰੱਖਦੇ ਨੇ, ਔਰ ਉਹਦੇ ਵਾਸਤੇ ਜਿਹੜੀ ਕਵਾਇਦ ਸ਼ੁਰੂ ਹੋਈ ਹੈ ਇਹ ਕਿੰਨੀ ਕੁ ਸਕਸੈਸਫੁਲ ਹੁੰਦੀ ਹੈ ਪਤਾ ਲੱਗੇਗਾ। ਇੱਕ ਸਵਾਲ ਕਿ ਜਦੋਂ ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਗਾਂਧੀ ਦੀ ਹਰ ਗੱਲ ਨੂੰ ਕੱਟਤਾ ਕਿ ਰਾਹੁਲ ਗਾਂਧੀ ਨਹੀਂ ਸਮਝਦੇ ਕਿ ਅਜੇ ਬੀਜੇਪੀ ਕਿਤੇ ਨਹੀਂ ਜਾਣ ਵਾਲੀ ਅਗਲੇ 30 ਸਾਲ 3 ਦਹਾਕੇ, ਉਦੋਂ ਉਹਨਾਂ ਦੇ ਜਿਹੜੇ ਇਖਤਲਾਫਾਤ ਨੇ ਜਾਂ ਜਿਹੜੇ ਉਹਨਾਂ ਦੇ ਡਿਫਰੈਂਸਿਸ ਨੇ ਰਾਹੁਲ ਗਾਂਧੀ ਨਾਲ, ਉਹ ਪਰਦੇ ਤੇ ਆ ਜਾਂਦੇ ਆ। ਤੇ ਉਹ ਜਦੋਂ ਕਾਂਗਰਸ ਨੂੰ ਇੱਕ ਤਰ੍ਹਾਂ ਨਾਲ ਕਾਰਨਰ ਕਰ ਰਹੇ ਆ ਦੇਸ਼ ਦੇ ਵਿੱਚ, ਇਹ ਮੈਸੇਜ ਲਾ ਕੇ ਪਾਰਟੀਆਂ ਤੇ ਲੀਡਰਾਂ ਨੂੰ ਕਿ ਮੈਂ ਬਤੌਰ ਪ੍ਰਸ਼ਾਂਤ ਕਿਸ਼ੋਰ ਜਿਹਨੇ ਮਮਤਾ ਨੂੰ ਜਿਤਾਇਆ ਹੁਣੇ ਉਹ ਕਹਿ ਰਿਹਾ ਕਿ ਕਾਰਨਰ ਨਹੀਂ ਹੋਊਗੀ ਬੀਜੇਪੀ ਅਗਲੇ ਕਈ ਸਾਲ, ਮੋਦੀ ਭਾਵੇਂ ਚਲੇ ਜਾਣ, ਰਾਹੁਲ ਗਾਂਧੀ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆ ਰਹੀ। ਉਦੋਂ ਇੰਜ ਲੱਗਦਾ ਕਿ ਇਹਨਾਂ ਦੋਵਾਂ 'ਚ ਸਭ ਅੱਛਾ ਨਹੀਂ, ਕਿਉਂਕਿ ਥੋੜੀ ਦੇਰ ਪਹਿਲਾਂ ਤੱਕ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦਾ ਅਫੀਸ਼ੀਅਲ ਹਿੱਸਾ ਬਣਨ ਵਾਲੇ ਸੀ, ਸ਼ਾਮਲ ਹੋਣ ਤੱਕ ਦੀਆਂ ਗੱਲਾਂ ਹੋ ਰਹੀਆਂ, ਤੇ ਜੇ ਰਾਹੁਲ ਗਾਂਧੀ ਨਾਲ ਨਹੀਂ ਬਣਦੀ ਤਾਂ ਫਿਰ ਪ੍ਰਦੇਸ਼ ਕਾਂਗਰਸ ਕਿਸ ਆਧਾਰ ਤੇ ਪ੍ਰਸ਼ਾਂਤ ਕਿਸ਼ੋਰ ਦੀਆਂ ਸਰਵਿਸਿਸ ਲਊਗੀ? ਇੱਕ ਪਹਿਲੂ ਆ। ਦੂਜਾ ਪਹਿਲੂ ਸਭ ਤੋਂ ਅਹਿਮ ਆ ਕਿ ਪ੍ਰਸ਼ਾਂਤ ਕਿਸ਼ੋਰ ਜਿਹੜੇ ਕਿ ਇਸ ਵੇਲੇ ਬਹੁਤ ਪ੍ਰਭਾਵੀ ਨੇ ਇਹ ਸਾਰੀ ਦੀ ਸਾਰੇ ਸਿਸਟਮ ਦੇ ਵਿੱਚ, ਉਹਨਾਂ ਨੇ ਬਹੁਤ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰਕੇ ਕਾਂਗਰਸ ਦੀ ਲੜਾਈ ਤੇ ਰਣਨੀਤੀ ਦੇ ਕੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਵਧਾ ਕੇ ਚੰਨੀ ਨੂੰ ਚਿਹਰੇ ਵਜੋਂ ਲਿਆਉਣ ਲਈ ਇਹਨਾਂ ਕਈ ਚੀਜ਼ਾਂ 'ਚ ਉਹਨਾਂ ਦਾ ਹੱਥ ਦੱਸਿਆ ਜਾਂਦਾ ਸੀ, ਤਾਂ ਹੀ ਸ਼ਾਇਦ ਚਰਨਜੀਤ ਸਿੰਘ ਚੰਨੀ ਦਾ ਉਹਨਾਂ ਪ੍ਰਤੀ ਸੌਫਟ ਕਾਰਨਰ ਵੀ ਹੈ। ਤੇ ਐਸੀ ਸਥਿਤੀ ਦੇ ਵਿੱਚ ਅਕਾਲੀ ਦਲ ਵੱਲੋਂ ਹਾਇਰ ਕੀਤੇ ਗਏ ਰਣਨੀਤੀਕਾਰ
ਵਿਰੋਧ ਦੀ, ਕੰਟਰੋਵਰਸੀ ਦੀ, ਪੰਗਿਆਂ ਦੀ ਰਾਜਨੀਤੀ 'ਚ ਸੁਰਖੀ ਨਹੀਂ ਬਣਾ ਪਾ ਰਹੇ। ਇਹਨਾਂ ਦੀ ਆਪਸੀ ਵੀ ਜਿਹੜੇ, ਕਿਉਂਕਿ ਕਦੀ ਇਕੱਠੇ ਕੰਮ ਕਰਦੇ ਰਹੇ ਆ ਸੁਨੀਲ ਔਰ ਪ੍ਰਸ਼ਾਂਤ, ਇਹਨਾਂ ਦੀ ਆਪਸੀ ਵੀ ਜਿਹੜੀ ਇੱਕ ਬੜੀ ਦਿਲਚਸਪ ਜੀ ਜੰਗ ਹੋਊਗੀ। ਸੋ ਉਹਨੂੰ ਵੀ ਦੇਖਣਾ ਹੋਊਗਾ, ਕਿਉਂਕਿ ਇਹ ਜਿੱਦਾਂ ਕਲਮਕਾਰਾਂ ਦੀ ਹੁੰਦੀ ਆ। ਤੁਹਾਨੂੰ ਯਾਦ ਹੈ ਤੁਹਾਡੇ ਜਲੰਧਰ ਤੋਂ ਸ਼ਬਦ ਏ, 2 ਅਖਬਾਰ ਸਦਾ ਆਪਸ ਵਿੱਚ ਤੇ ਉਹਨਾਂ ਦੇ ਮਾਲਕ ਸਦਾ ਹੀ ਇੱਕ ਦੂਜੇ ਨਾਲ ਟੇਢੇ ਰਹੇ। ਰਾਜਨੀਤੀ ਏਦਾਂ ਘੁੰਮਦੀ ਸੀ, ਲੀਡਰਾਂ ਨੂੰ ਬੜਾ ਔਖਾ ਹੋ ਜਾਂਦਾ ਸੀ ਕਿ ਉਹ ਪਹਿਲਾਂ ਕਿਹਦੇ ਵੱਲ ਜਾ ਆਉਣ, ਜਾਂ ਮੁੱਖ ਮੰਤਰੀਆਂ ਲਈ ਬੜਾ ਔਖਾ ਹੁੰਦਾ ਸੀ ਵੀ ਇਹਦੇ ਵੱਲ ਆਏ ਦੂਜਾ ਨਾਰਾਜ਼ ਹੋ ਜਾਊ, ਦੋਨਾਂ ਵੱਲ ਜਾਣਾ ਪੈਂਦਾ ਸੀ ਫੰਕਸ਼ਨਾਂ ਦੇ ਵਿੱਚ। ਉਹ ਸਾਰਾ ਕੁਝ, ਹਾਲਾਂਕਿ ਹੁਣ ਉਹ ਸ਼ਾਇਦ ਉਸ ਤਰ੍ਹਾਂ ਦੀ ਜਿਹੜੀ ਸ਼ਰੀਕੇਬਾਜ਼ੀ ਸੀ ਘਟ ਗਈ ਆ, ਦੋਨੇ ਹੀ ਬੜੇ ਵੱਡੇ ਨੇ। ਲੇਕਿਨ ਇਹ ਜਿਹੜੀ ਰਣਨੀਤੀਕਾਰਾਂ ਦੀ ਸ਼ਰੀਕੇਬਾਜ਼ੀ ਹੋਊਗੀ, ਇਹਨੂੰ ਕਿਵੇਂ ਵੇਖਦੇ ਹੋ? ਇਹ 2-3 ਪਹਿਲੂ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਜਿਸ ਤਰੀਕੇ ਨਾਲ ਰਾਹੁਲ ਗਾਂਧੀ ਜਾਂ ਕਾਂਗਰਸ ਦੇ ਖਿਲਾਫ ਜਿਹੜੀ ਸਟੇਟਮੈਂਟ ਪ੍ਰਸ਼ਾਂਤ ਕਿਸ਼ੋਰ ਨੇ ਦਿੱਤੀ ਸੀਗੀ ਵੀ ਕਾਂਗਰਸ ਦਾ ਛੇਤੀ ਕਿਤੇ ਬਹੁਤਾ ਕੁਝ ਬਣਨ ਵਾਲਾ ਨਹੀਂ ਹੈਗਾ, ਔਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਦਸ਼ਕਾਂ ਤੱਕ, ਯਾਨੀ ਕਈ 10 ਸਾਲਾਂ ਦੇ ਵਿੱਚ, ਉਹ ਦਸ਼ਕਾਂ ਉਹਨਾਂ ਨੇ ਸ਼ਬਦ ਯੂਜ਼ ਕੀਤਾ ਸੀਗਾ, ਹਜੇ ਭਾਜਪਾ ਕਿਸੇ ਵੀ ਜਗ੍ਹਾ ਨਹੀਂ ਜਾਣ ਵਾਲੀ। ਇਹ ਗੱਲ ਸੱਚਾਈ ਵੀ ਹੈਗੀ ਹੈ। ਭਾਵੇਂ ਜੋ ਮਰਜ਼ੀ ਕਹੋ, ਜਿਸ ਤਰੀਕੇ ਨਾਲ ਭਾਜਪਾ ਦਾ ਕੈਡਰ ਮਜ਼ਬੂਤ ਹੈ, ਛੇਤੀ ਕਿਤੇ ਉਹਨਾਂ ਨੂੰ ਲੰਮੇ ਪਾਣਾ ਕਹਿ ਲਓ ਜਾਂ ਉਹਨਾਂ ਨੂੰ ਹਟਾਉਣਾ ਕੋਈ ਸੌਖਾ ਨਹੀਂ ਹੈਗਾ। ਪਰ ਦੂਜੇ ਪਾਸੇ ਜਿਸ ਤਰ੍ਹਾਂ ਅਸੀਂ ਕੈਪਟਨ ਅਮਰਿੰਦਰ ਸਿੰਘ ਬਨਾਮ ਸਿੱਧੂ ਦੀ ਲੜਾਈ ਚੱਲਦੀ ਸੀਗੀ, ਉਹਦੇ ਵਿੱਚ ਅਸੀਂ ਕਈ ਵਾਰ ਇਹ ਗੱਲ ਕਹੀ ਸੀ ਕਿ ਜਿਹਨੂੰ ਮਾਰਨਾ ਹੋਏ, ਜਿਹਨੂੰ ਢਾਣਾ ਹੋਏ, ਉਹਦੇ ਵਿੱਚ ਉਹਨੂੰ ਕੰਫਰਟ ਜ਼ੋਨ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਹੈ। ਔਰ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਇਹੀ ਹਰੀਸ਼ ਰਾਵਤ ਉਹਨਾਂ ਨੇ ਕਈ ਵਾਰ ਸਟੇਟਮੈਂਟ ਦਿੱਤੀ ਸੀਗੀ, ਔਰ ਕਈ ਵਾਰ ਬੜਾ ਹੈਰਾਨ ਜਿਹਾ ਵੀ ਕਰਤਾ ਸੀਗਾ ਕਿ ਇੱਕ ਪਾਸੋਂ ਸਿੱਧੂ ਨੂੰ ਤਵੱਜੋ ਦਿੱਤੀ ਜਾ ਰਹੀ ਹੈ, ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ 2022 ਦੀ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਿੱਚ ਹੀ ਲੜੀ ਜਾਏਗੀ। ਕਿ ਇਹੀ ਕੁਝ ਰਣਨੀਤੀ ਪ੍ਰਸ਼ਾਂਤ ਕਿਸ਼ੋਰ ਹੁਣ ਤੇ ਨਹੀਂ ਕਰ ਰਹੇ, ਕਿਉਂਕਿ ਕਾਂਗਰਸ ਦੇ ਰਹਿੰਦੇ ਹੋਏ, ਕਾਂਗਰਸ ਦੇ ਅੰਡਰ ਪੂਰੀ ਜਿਹੜੇ ਭਾਰਤ ਦੇ ਵਿਰੋਧੀ ਪਾਰਟੀਆਂ ਨੂੰ ਇਕੱਠਾ ਕਰਨਾ, ਇਹ ਟਾਸਕ ਲੈ ਕੇ ਪ੍ਰਸ਼ਾਂਤ ਕਿਸ਼ੋਰ ਉਹਨਾਂ ਤੁਰੇ ਹੋਏ ਨੇ। ਪਹਿਲੇ, ਉਸ ਤੋਂ ਪਹਿਲੇ ਕਾਂਗਰਸ ਦਾ ਅਹਿਮ ਖਤਮ ਕਰਨਾ ਪਏਗਾ। ਕਾਂਗਰਸ ਅਗਰ ਉਹ ਸਮਝਦੀ ਹੈ ਕਿ ਉਹ ਲੀਡਰ ਬਣ ਕੇ ਇਸ ਸਾਰੇ ਕੁਨਬੇ ਨੂੰ ਇਕੱਠੇ ਕਰ ਸਕਦੇ ਹੈ, ਤੇ ਇਸ ਸਟੇਟਮੈਂਟ ਦੇ ਰਾਹੀਂ ਕਿਸੇ ਨਾ ਕਿਸੇ ਜਗ੍ਹਾ ਕਾਂਗਰਸ ਨੂੰ ਆਪਣੀ ਸ਼ਕਲ ਔਰ ਆਪਣੀ ਜਿਹੜਾ ਜਿੱਥੇ ਇਸ ਟਾਈਮ ਸਟੈਂਡ ਕਰਦੀ ਹੈ ਉਹ ਦਿਖਾਣਾ ਵੀ ਜ਼ਰੂਰੀ ਸੀਗਾ। ਸ਼ਾਇਦ ਇਸ ਰਣਨੀਤੀ ਦੇ ਕਾਰਨ ਉਹ ਸਟੇਟਮੈਂਟ ਦਿੱਤੀ ਗਈ ਹੋਏ, ਪਰ ਚਲੋ ਸਟੇਟਮੈਂਟ ਦਿੱਤੀ। ਤੁਹਾਨੂੰ ਲੱਗਦਾ ਕਿ ਉਹ ਸਟੇਟਮੈਂਟ ਸਹਿਮਤੀ ਦੀ ਵੀ ਹੋ ਸਕਦੀ ਹੈ? ਤੁਹਾਨੂੰ ਲੱਗਦਾ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਰਿਲੈਕਸ ਕਰਤਾ ਗਿਆ ਸੀ ਕਿ ਤੁਸੀਂ ਸਾਡੇ ਬਹੁਤ ਅਹਿਮ ਹੋ ਤੇ ਤੁਹਾਨੂੰ ਚਿਹਰਾ ਬਣਾਇਆ ਜਾ ਸਕਦਾ, ਤੇ ਥੱਲਿਓਂ ਉਹਨਾਂ ਦੀਆਂ ਲੱਤਾਂ ਵੱਢਣ ਲਈ ਪੂਰੀ ਜੁਗਾੜਬੰਦੀ ਹੋ ਚੁੱਕੀ ਸੀ। ਅਚਨਚੇਤ ਅੱਧੀ ਰਾਤ ਨੂੰ ਜਿਹੜੀ ਮੀਟਿੰਗ ਸੱਦ ਲਈ ਜਾਂਦੀ ਹੈ ਵਿਧਾਨਕਾਰਾਂ ਦੀ, ਇਹ ਸਾਰਾ ਕੁਝ ਤੈਅਸ਼ੁਦਾ ਸੀਗਾ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਦਰਸਾਇਆ ਗਿਆ ਕਿ ਤਾਂ ਕਿ ਕੋਈ ਪੰਗੇਬਾਜ਼ੀ ਨਾ ਕਰ ਸਕਣ, ਰਿਲੈਕਸ ਰਹਿਣ। ਤੁਹਾਨੂੰ ਲੱਗਦਾ ਕਿ ਬੀਜੇਪੀ ਨੂੰ ਰਿਲੈਕਸ ਕਰਨ ਲਈ ਪ੍ਰਧਾਨ ਮੰਤਰੀ ਦੀ, ਮੋਦੀ ਦੀ ਸਰਕਾਰ ਨਾਲ ਪੰਗਾ ਨਾ ਹੋਵੇ, ਪ੍ਰਸ਼ਾਂਤ ਕਿਸ਼ੋਰ ਇਸ ਤਰ੍ਹਾਂ ਦੀ ਰਣਨੀਤੀ ਤੇ ਵੀ ਚੱਲ ਰਹੇ ਹੋ ਸਕਦੇ ਆ ਕਿ ਉਹ ਲੜਾਈ ਤਾਂ ਅੰਦਰ ਖਾਤੇ ਲੜ ਰਹੇ ਹੋਣ, ਲੇਕਿਨ ਚਿਹਰਾ ਕੁਝ ਹੋਰ ਦਿਖਾ ਰਹੇ ਆ, ਤਾਂ ਕਿ ਦੁਸ਼ਮਣ ਜਿਹੜਾ ਤਾਕਤਵਰ ਆ ਉਹ ਸੁੱਤਾ ਰਵੇ ਕਿ ਨਹੀਂ ਯਾਰ ਇਹਦਾ ਵੀ ਅੰਦਰ ਸਭ ਠੀਕ ਨਹੀਂ, ਤੇ ਅੰਦਰੇ ਅੰਦਰ ਤੁਸੀਂ ਆਪਣਾ ਕੰਮ ਤਮਾਮ ਕਰ ਦਿਓ। ਜੀ ਦੇਖੋ, ਇਸ ਸਟੇਟਮੈਂਟ ਨੂੰ ਤੁਸੀਂ 2 ਤਰੀਕੇ ਨਾਲ ਦੇਖ ਸਕਦੇ ਹੋ। ਜੇ ਪ੍ਰਸ਼ਾਂਤ ਕਿਸ਼ੋਰ ਉਹਨਾਂ ਇਹ ਕਹਿੰਦੇ ਕਿ ਅਗਲੀ ਵਾਰ 2024 ਦੇ ਵਿੱਚ ਕਾਂਗਰਸ ਇੱਕ ਵੱਡੀ ਧਿਰ ਵਜੋਂ ਉਭਰੇਗੀ ਔਰ ਬੀਜੇਪੀ ਦਾ ਗ੍ਰਾਫ ਡਾਊਨ ਹੋਏਗਾ ਔਰ ਆਉਣ ਵਾਲੇ ਟਾਈਮ ਵਿੱਚ ਬੀਜੇਪੀ ਕਿਸੇ ਜਗ੍ਹਾ ਨਜ਼ਰ ਨਹੀਂ ਆਏਗੀ, ਇਸ ਸਟੇਟਮੈਂਟ ਦੇ ਉੱਤੇ ਨਾ ਕਿਸੇ ਨੂੰ ਯਕੀਨ ਹੁੰਦਾ ਔਰ ਨਾ ਹੋਣਾ ਸੀਗਾ। ਔਰ ਜਿਹੜੀ ਗੱਲ ਹੁਣ ਕੀਤੀ ਹੈ ਉਹਨਾਂ ਨੇ ਕਿ ਕਾਂਗਰਸ ਦਾ ਅੱਗੇ ਕੁਝ ਸਾਲਾਂ ਦੇ ਵਿੱਚ ਕਾਂਗਰਸ ਨੂੰ ਇਹ ਸਮਝਣਾ ਪਏਗਾ ਕਿ ਭਾਜਪਾ ਅਗਲੇ 3 ਦਸ਼ਕਾਂ ਤੱਕ 4 ਦਸ਼ਕਾਂ ਦੇ ਵਿੱਚ ਕਿਤੇ ਨਹੀਂ ਜਾ ਰਹੀ, ਉਹ ਇੱਕ ਮੇਨ ਸਟ੍ਰੀਮ ਵਾਲੀ ਪਾਰਟੀ ਬਣ ਕੇ ਰਹੇਗੀ ਔਰ ਸਾਰੀ ਪਾਰਟੀਆਂ ਤੋਂ ਉੱਤੇ ਬਣ ਕੇ। ਇਹ ਗੱਲ ਸੱਚਾਈ ਵੀ ਹੈ, ਕਿਉਂਕਿ ਜਦ ਤੁਸੀਂ ਦੁਸ਼ਮਣ ਨੂੰ ਢਾਣਾ ਹੁੰਦਾ ਹੈ ਤੇ ਦੁਸ਼ਮਣ ਦੀ ਤਾਕਤ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ, ਔਰ ਉਹ ਤਾਕਤ ਸਮਝਾਉਣ ਦੀ ਗੱਲ ਹੀ ਪ੍ਰਸ਼ਾਂਤ ਕਿਸ਼ੋਰ ਨੇ ਜਿਹੜਾ ਕਾਂਗਰਸ ਦੇ ਖਿਲਾਫ ਆਪਾਂ ਕਹਿੰਦੇ ਆ ਕਿ ਬਿਆਨ ਦੇ ਕੇ ਇਹ ਗੱਲ ਕੀਤੀ ਹੈ ਕਿ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਤੁਸੀਂ ਕੀਤੀ, ਅਸੀਂ ਉਸ ਟਾਈਮ ਵੀ ਕਹਿੰਦੇ ਸੀਗੇ ਕਿ ਇਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕੰਫਰਟ ਜ਼ੋਨ ਦੇ ਵਿੱਚ ਲੈ ਕੇ ਜਾ ਰਹੇ ਨੇ, ਔਰ ਮੈਨੂੰ ਲੱਗਦਾ ਹੈ ਕਿ ਬੜੀ ਛੇਤੀ ਕੁਝ ਐਦਾਂ ਦਾ ਹੋਏਗਾ ਜਿਹਦੇ ਵਿੱਚ ਕੈਪਟਨ ਸਾਹਿਬ ਬਹੁਤ ਥੱਲੇ ਖਿੱਚੇ ਜਾਣਗੇ, ਔਰ ਹੋਇਆ ਵੀ ਬਿਲਕੁਲ ਐਦਾਂ। ਜਿਸ ਤਰੀਕੇ ਨਾਲ 11:30-12 ਵਜੇ ਉਹ ਟਵੀਟ ਛੱਡ ਗਏ, ਅਗਲੇ ਦਿਨ CLP ਬੁਲਾ ਲਈ ਸੀਗੀ, ਉਦੋਂ ਹੀ ਸਾਨੂੰ ਅੰਦਾਜ਼ਾ ਹੋ ਗਿਆ ਸੀ ਵੀ CLP ਬੁਲਾਉਣ ਦਾ ਮਤਲਬ ਹੀ ਐ ਵੇ ਕਿ ਅੱਜ ਕੈਪਟਨ ਸਾਹਿਬ ਨੂੰ ਢਾਹ ਲੈਣਾ ਹੈ। 10:15 ਵਜੇ ਸੋਨੀਆ ਗਾਂਧੀ ਉਹਨਾਂ ਨੇ ਫੋਨ ਕੀਤਾ, ਸੌਰੀ ਅਮਰਿੰਦਰ ਰਿਜ਼ਾਈਨ ਕਰ ਦਿਓ, ਔਰ ਉਸ ਗੱਲ ਨੂੰ ਅਮਰਿੰਦਰ ਉਹਨਾਂ ਨੇ 12-1 ਵਜੇ ਤੱਕ ਡਿਨਾਈ ਕੀਤਾ ਸੀਗਾ ਕਿ ਨਹੀਂ ਮੈਨੂੰ ਕੋਈ ਫੋਨ ਨਹੀਂ ਆਇਆ। ਪਰ ਅੱਜ ਜਿਹੜੀ ਚਿੱਠੀ ਲਿਖਦੇ ਨੇ ਉਹ ਇਸ ਗੱਲ ਨੂੰ ਖੁਦ ਰਿਵੀਲ ਕਰਦੇ ਨੇ ਕਿ ਮੈਨੂੰ 10:15 ਵਜੇ ਹੀ ਫੋਨ ਆ ਗਿਆ ਸੀਗਾ,
ਸੋਨੀਆ ਗਾਂਧੀ ਜੀ ਦਾ ਕਿ ਤੁਸੀਂ ਅਮਰਿੰਦਰ ਰਿਜ਼ਾਈਨ ਕਰ ਦਿਓ। ਉਹ ਹੂੰ ਰਿਜ਼ਾਈਨ ਕਰਦੇ ਕਰਦੇ ਉਹਨਾਂ ਨੇ 5 ਵਜਾ ਦਿੱਤੇ ਸੀਗੇ। ਉਸ ਤੋਂ ਪਹਿਲੇ ਬਹੁਤ ਸਾਰੀ ਇਦਾਂ ਦੀ ਕਵਾਇਦ ਸੀਗੀ ਵੀ ਕਿਹੜੇ ਪਾਸੇ ਤੁਰਨਗੇ, ਰਾਜਿਆਪਾਲ ਕੋਲ ਜਾਣਗੇ ਜਾਂ ਗਵਰਨਰ ਕੋਲ ਜਾ ਕੇ ਰਾਸ਼ਟਰਪਤੀ ਸ਼ਾਸਨ ਦੀ ਗੱਲਾਂ ਕਰਨਗੇ, ਪਰ ਫਾਈਨਲੀ ਉਹਨਾਂ ਨੇ ਰਿਜ਼ਾਈਨ ਕਰਤਾ ਸੀਗਾ। ਕੁਝ ਇਦਾਂ ਦੀ ਹੀ ਸਟੇਟਮੈਂਟ, ਕੁਝ ਇਦਾਂ ਦੀ ਹੀ ਰਣਨੀਤੀ ਜਿਹੜੀ ਪ੍ਰਸ਼ਾਂਤ ਕਿਸ਼ੋਰ ਦੀ ਸਟੇਟਮੈਂਟ ਜਿਹੜੀ ਪਿੱਛੇ ਆਈ ਸੀਗੀ ਉਹਦੇ ਵਿੱਚ ਦੇਖੀ ਜਾ ਸਕਦੀ ਹੈ। ਔਰ ਅੱਜ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਜਦ ਉਹ ਕਹਿੰਦੇ ਨੇ ਕਿ ਪ੍ਰਸ਼ਾਂਤ ਕਿਸ਼ੋਰ ਦੀ ਵੀ ਅਸੀਂ ਸੇਵਾਵਾਂ ਲੈ ਸਕਦੇ ਹਾਂ, ਉਹਦਾ ਜੀ ਪੈਸਾ ਹੋਵੇਗਾ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਹੋਣਾ ਬੜੇ ਮਹਿੰਗੇ ਰਣਨੀਤੀਕਾਰ ਨੇ। ਉਹ ਕੋਈ 2 ਕਰੋੜ 3 ਕਰੋੜ 10 ਕਰੋੜ 20 ਕਰੋੜ 100 ਕਰੋੜ ਨਹੀਂ, ਕਿਹਾ ਜਾਂਦਾ ਹੈ ਕਿ ਵੀ ਹਜ਼ਾਰਾਂ ਕਰੋੜ ਰੁਪਏ ਉਹ ਇਸ ਗੱਲ ਦੇ ਲੈਂਦੇ ਨੇ। ਘੱਟੋ ਘੱਟ 200 300 400 ਕਰੋੜ ਤੱਕ ਦੀ ਛੋਟੇ ਸੂਬਿਆਂ ਦੀ ਗੱਲ ਤਾਂ ਚੱਲਦੀ ਹੁੰਦੀ ਹੈ ਕਿ 300 ਕਰੋੜ ਤੋਂ ਘੱਟ 200 ਕਰੋੜ ਇਹ ਤੋਂ ਵੀ ਘੱਟ ਸਾਡੀ ਨਹੀਂ ਸੁਣੀ ਲੈਂਦੇ। ਸੁਣਾਈ ਗੱਲ ਹੈ, ਆਪਾਂ ਤੇ 1000 ਕਰੋੜ ਦੀ ਵੀ ਗੱਲ ਸੁਣੀ ਹੈ। ਕਿਉਂਕਿ ਪੰਜਾਬ ਦੇ ਵਿੱਚ ਨਾ ਕਰੋੜਾਂ ਦੀ ਗਿਣਤੀ ਵੀ ਫਲਾਣੇ ਨੇ ਫਲਾਣੇ ਨੂੰ ਇੰਨੇ ਕਰੋੜ ਦੇਤੇ ਤੇ ਉਹ ਗਠਬੰਧਨ ਹੋ ਗਿਆ, ਫਲਾਣੇ ਦੇ ਨਾਲ ਇੰਨੇ ਪੈਸੇ ਹੋ ਗਏ। ਸਾਡੇ ਕੋਲ ਕੋਈ ਸਬੂਤ ਤੇ ਨਹੀਂ ਹੁੰਦੇ, ਪਰ ਕਰੋੜਾਂ ਦੀ ਗੱਲਾਂ ਪੰਜਾਬੀ ਐਂ ਕਰ ਦਿੰਦੇ ਹੁੰਦੇ ਕਿ ਵੀ ਉਹ 100 ਕਰੋੜ ਦੀ ਗੱਲ ਹੈਗੀ ਹੈ, 200 ਕਰੋੜ ਦੀ ਗੱਲ ਹੈਗੀ ਹੈ ਜਾਂ 1000 ਕਰੋੜ ਦੀ ਗੱਲ ਹੈਗੀ ਹੈ। ਪਰ ਇਹ ਗੱਲ ਸੱਚ ਹੈ ਕਿ ਪ੍ਰਸ਼ਾਂਤ ਕਿਸ਼ੋਰ ਕਰੋੜਾਂ ਰੁਪਇਆ ਲੈਂਦੇ ਨੇ ਉਹ ਇਦਾਂ ਦੇ ਕੰਮ ਕਰਨ ਦਾ। ਤੇ ਫਿਲਹਾਲ ਚੰਨੀ ਸਰਕਾਰ ਜਾਂ ਪੀਪੀਸੀਸੀ ਖਾਲੀ ਪਈ ਹੈ, ਇਹਦੇ ਕੋਲ ਪੈਸੇ ਇੰਨੇ ਨਹੀਂ ਹੈਗੇ ਕਿ ਜੋ ਪ੍ਰਸ਼ਾਂਤ ਕਿਸ਼ੋਰ ਨੂੰ ਦੇ ਕੇ ਪੰਜਾਬ ਦੇ ਵਿੱਚ ਰਾਜਨੀਤੀ ਨੂੰ, ਰਣਨੀਤੀ ਨੂੰ ਸਟਰੋਂਗ ਕੀਤਾ ਜਾਏ। ਇਹ ਤੇ ਸ਼ਹਿਰ ਗੱਲਾਂ ਹੀ ਹੈਗੀਆਂ, ਕਿਉਂਕਿ ਪਿਛਲੇ ਦਿਨੋਂ ਮੈਨੂੰ ਦੇਖਣ ਨੂੰ ਵੀ ਮਿਲਿਆ ਜਿਸ ਤਰੀਕੇ ਨਾਲ ਪੰਜਾਬ ਦੀ ਤਿਆਰੀ ਹੈਗੀ ਹੈ, ਪੰਜਾਬ ਕਾਂਗਰਸ ਦੀ ਤਿਆਰੀ ਹੈਗੀ ਹੈ ਅਗਲੇ ਇਲੈਕਸ਼ਨ ਨੂੰ ਲੜਨ ਲੈ ਕੇ, ਉਹ ਕੋਈ ਬਹੁਤ ਵਧੀਆ ਤਿਆਰੀ ਨਹੀਂ ਹੈ। ਸਰਕਾਰ ਅਗਰ ਕਾਂਗਰਸ ਦੀ ਆਪ ਦੀ ਹੋਏ ਤੇ ਉਹ ਤਿਆਰੀ ਦਾ ਪੱਧਰ ਬੜਾ ਉੱਚਾ ਹੋਣਾ ਚਾਹੀਦਾ ਹੈ। ਗੱਲ ਤੇ ਪ੍ਰਸ਼ਾਂਤ ਕਿਸ਼ੋਰ ਦੀ ਹੋਈ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਫੋਰਡ ਕਰ ਪਾਏਗੀ। ਨਹੀਂ ਇੱਕ ਬਾਰੇ ਕਿਹਾ ਜਾਂਦਾ ਸੀਗਾ ਕਿ ਉਹਨਾਂ ਕੋਲ ਫੰਡ ਸੀਗਾ ਔਰ ਉਹਨਾਂ ਨੇ ਫੰਡ ਇਕੱਠਾ ਵੀ ਕੀਤਾ ਸੀਗਾ, ਜਿਹਦੇ ਕਰਕੇ ਆਉਣ ਵਾਲੀ ਚੋਣਾਂ ਦੇ ਵਿੱਚ ਉਹਨਾਂ ਨੇ ਉਹੀ ਪੈਸਾ ਖਰਚਣਾ ਸੀਗਾ। ਪਰ ਉਹ ਪੈਸਾ ਹੁਣ ਉਹਨਾਂ ਦੇ ਆਪ ਦੇ ਵਾਸਤੇ ਹੈਗਾ, ਕਿਉਂਕਿ ਅਗਰ ਉਹ ਭਾਜਪਾ ਦੇ ਨਾਲ ਸੀਟ ਸ਼ੇਅਰਿੰਗ ਦੀ ਗੱਲ ਕਰਦੇ ਨੇ ਜਾਂ ਭਾਜਪਾ ਦੇ ਨਾਲ ਅੱਟੀ ਸੱਟੀ ਦੀ ਗੱਲ ਕਰਦੇ ਨੇ ਤੇ ਪੈਸੇ ਦੀ ਕਮੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਨਹੀਂ ਹੋਣ ਵਾਲੀ। ਨਹੀਂ ਬਿਲਕੁਲ ਠੀਕ ਹੈ, ਲੇਕਿਨ ਭਾਸਕਰ ਸਾਹਿਬ ਇਹ ਵੀ ਕਹਿਣਾ ਮੈਨੂੰ ਲੱਗਦਾ ਅੱਤ ਕਥਨੀ ਹੈ ਕਿ ਕਿਹਦੇ ਕੋਲ ਕਿੰਨਾ ਪੈਸਾ। ਇਹ ਗੱਲ ਜ਼ਰੂਰ ਹੈ ਕਿ ਕਈ ਵਾਰੀ ਤੁਸੀਂ ਆਪਣੇ ਰਿਸ਼ਤੇ ਇੰਨੇ ਕੁ ਗੰਢੇ ਹੁੰਦੇ ਆ ਸਿਆਸਤਦਾਨਾਂ ਨੇ ਆਪਣਾ ਬਿਜ਼ਨਸਮੈਨ ਨਾਲ ਕਿ ਤੁਹਾਨੂੰ ਲੋੜ ਪੈਣ ਤੇ ਉਹ ਫੰਡਿੰਗ ਕਰ ਦਿੰਦੇ ਆ, ਨੋ ਡਾਊਟ। ਕਿਉਂਕਿ ਅਸੀਂ ਕਿਸੇ ਵੀ ਸਬੂਤ ਤੋਂ ਬਿਨਾਂ ਇਹ ਕਵਾਂਗੇ ਤੇ ਅੱਤ ਕਥਨੀ ਲੱਗੂਗੀ। ਉਂਝ ਵੈਸੇ ਸਭ ਨੂੰ ਹੀ ਪਤਾ ਕਿ ਹੁੰਦਾ ਕੀ ਹੈ। ਲੇਕਿਨ ਅਗਲੀ ਗੱਲ ਜਿਹੜੀ ਸਭ ਤੋਂ ਅਹਿਮ ਗੱਲ ਆ ਕਿ ਹੁਣ ਜਿਹੜੀ ਇਹ ਲੜਾਈ ਆ ਤਿੱਖੀ ਵੀ ਹੈ ਤੇ ਇੱਕ ਜਿਹੜੀ ਕ੍ਰੈਡਿਟ ਆ ਚਰਨਜੀਤ ਸਿੰਘ ਚੰਨੀ ਨੂੰ ਕਿ ਆਖਰੀ ਦਿਨਾਂ ਲਈ ਰੱਖਿਆ ਜਿਹੜਾ ਸਟੇਟ ਦਾ ਫੰਡ ਹੁੰਦਾ ਪ੍ਰਚਾਰ ਲਈ ਰੱਖਿਆ, ਐਡਵਰਟਾਈਜ਼ਮੈਂਟ ਲਈ ਜਿਹੜਾ ਰੱਖਿਆ ਫੰਡ ਸੀ, ਉਹ ਮੁੱਖ ਮੰਤਰੀ ਸਾਹਿਬ ਬੜੇ ਮਜ਼ੇ ਨਾਲ ਪੂਰੇ ਸਫੇ ਦੇ ਇਸ਼ਤਿਹਾਰ ਦੇ ਰਹੇ ਨੇ। ਸੋ ਜਿਹਦੀ ਕਿਸਮਤ ਜਿਹਦੇ ਭਾਗ 'ਚ ਲਿਖਿਆ ਹੁੰਦਾ ਫੋਟੋ ਉਹਦੀ ਛਪਣੀ ਹੁੰਦੀ ਆ, ਭਾਵੇਂ ਪਲੈਨਿੰਗ ਕਈ ਕੀਤੀ ਹੁੰਦੀ, ਫੋਟੋ ਸ਼ੂਟ ਹੋਈ ਰਹਿ ਜਾਂਦੇ ਆ, ਫੋਟੋਆਂ ਮੁੜ ਕੇ ਗੈਲਰੀਆਂ 'ਚ ਹੀ ਪਈਆਂ ਰਹਿ ਜਾਂਦੀਆਂ ਨੇ। ਅੱਜ ਕੱਲ ਤਾਂ ਸਪੇਸ ਮਿਲ ਜਾਂਦੀ ਹੈ, ਸਾਂਭ ਕੇ ਰੱਖੀਆਂ ਜਾਂਦੀਆਂ, ਬੰਦਾ ਆਪਣੀ ਫੋਟੋ ਆਪ ਵੇਖਣ ਜੋਗਾ ਵੀ ਨਹੀਂ ਰਹਿੰਦਾ। ਮੈਂ ਅਗਲਾ ਤੇ ਆਖਰੀ ਸਵਾਲ ਕਿ ਜਿਹੜੀ ਤੁਸੀਂ ਮੈਨੂੰ ਗੈਰ ਰਸਮੀ ਗੱਲਬਾਤ 'ਚ ਦੱਸਿਆ ਸੀ ਕਿ ਕੇਂਦਰੀ ਕੈਬਨਿਟ ਕੋਈ ਐਸਾ ਬਿੱਲ ਲਿਆਉਣ ਵਾਲੀ ਆ, ਐਸਾ ਫੈਸਲਾ ਲੈ ਕੇ ਆਉਣ ਵਾਲੀ ਆ ਕਿ ਕੇਂਦਰ ਵੱਲੋਂ ਸਟੇਟਾਂ ਨੂੰ ਦਿੱਤੇ ਜਾਂਦੇ ਫੰਡ ਉਹਨਾਂ ਤੇ ਚੈੱਕ ਵੀ ਕੇਂਦਰ ਆਪ ਰੱਖਣਾ ਚਾਹੂਗਾ, ਭਾਵੇਂ ਉਹ ਮਨਰੇਗਾ ਹੋਵੇ, ਸਕੂਲ ਐਜੂਕੇਸ਼ਨ ਦਾ ਹੋਵੇ, ਹੈਲਥ ਦਾ ਹੋਵੇ, ਵਜ਼ੀਫਿਆਂ ਦਾ ਹੋਵੇ, ਕਿਉਂਕਿ ਪੰਜਾਬ 'ਚ ਰੌਲੇ ਪੈਂਦੇ ਰਹੇ ਆ ਐਸਸੀ ਸਟੂਡੈਂਟਸ ਦੇ ਵਜ਼ੀਫਿਆਂ ਦੇ। ਕੇਂਦਰ ਇਸ ਤਰ੍ਹਾਂ ਦਾ ਇੱਕ ਰਾਈਟ ਲੈ ਕੇ ਆ ਰਹੀ ਹੈ ਕਿ ਜਿਹਦਾ ਪੈਸਾ ਉਹਨੂੰ ਚੈੱਕ ਰੱਖਣ ਦਾ ਅਧਿਕਾਰ ਰੱਖਦਾ ਹੋਵੇ। ਮਤਲਬ ਸਿਆਸਤਦਾਨਾਂ ਤੇ ਅਫਸਰਾਂ ਦੀ ਬਾਹ ਮਰੋੜਨ ਦਾ ਹੱਕ ਕੇਂਦਰ ਕੋਲ ਲੈ ਜੂ ਤੇ ਕੇਂਦਰੀ ਏਜੰਸੀਆਂ ਹੋਰ ਪਾਵਰਫੁਲ ਹੋ ਜਾਣਗੀਆਂ, ਜਿਹਦੀ ਸੱਤਾ ਤੇ ਉਹਦਾ ਹੀ ਸਭ ਕੁਝ। ਬਿਲਕੁਲ ਠੀਕ ਕਹਿ ਰਹੇ ਹੋ ਰੰਧਾਵਾ ਜੀ। ਮੰਗਲਵਾਰ ਨੂੰ ਕੇਂਦਰ ਦੀ ਕੈਬਨਿਟ ਮੀਟਿੰਗ ਹੈਗੀ ਹੈ। ਉਸ ਕੈਬਨਿਟ ਦੇ ਵਿੱਚ ਇਦਾਂ ਦਾ ਨੋਟੀਫਿਕੇਸ਼ਨ, ਇਦਾਂ ਦਾ ਮੁੱਦਾ ਲੈ ਕੇ ਆਉਣ ਦੀ ਗੱਲ ਹੋਈ ਹੈ, ਜਿਹਦੇ ਰਾਹੀਂ ਭਾਵੇਂ ਉਹ ਜਿਹੜੀ ਸਕਾਲਰਸ਼ਿਪ ਸਕੀਮ ਹੁੰਦੀ ਹੈ ਜਾਂ ਸੈਂਟਰ ਦੀ ਜਿਹੜੀ ਗ੍ਰਾਂਟਾਂ ਸੂਬਿਆਂ ਨੂੰ ਮਿਲਦੀ ਹੈ, ਉਹਨਾਂ ਗ੍ਰਾਂਟਾਂ ਦੀ ਜਿਹੜੀ ਦੁਰਵਰਤੋਂ ਹੁੰਦੀ ਹੈ ਉਹਦੀ ਚੈਕਿੰਗ ਦਾ ਅਧਿਕਾਰ ਉਹ ਛੇਤੀ ਕਿਤੇ ਹੁਣ ਕੇਂਦਰ ਨੂੰ ਮਿਲ ਜਾਏਗਾ। ਔਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਕਿ ਵੀ 30 ਕੁ MLA, ਉਹਦੇ ਵਿੱਚ ਕੁਝ ਮੰਤਰੀ ਵੀ ਸੀਗੇ, ਉਹ ਵੀ ਮਾਫੀਆ ਨਾਲ ਮਿਲੇ ਹੋਏ ਸੀਗੇ, ਉਹਨਾਂ ਦੇ ਵੀ ਬੜੇ ਕਾਲੇ ਕਾਰਨਾਮੇ ਹੈਗੇ ਆ। ਔਰ ਕੁਝ ਖਬਰਾਂ ਅਖਬਾਰਾਂ ਦੇ ਵਿੱਚ ਆ ਵੀ ਛਪਦੀਆਂ ਕਿ ਵੀ ਇੰਟਰਲੋਕਿੰਗ ਟਾਈਲ ਜਿਹੜੀ ਪਿੰਡਾਂ ਦੇ ਵਿੱਚ ਲੱਗਦੀ ਹੈ ਜਾਂ ਕਿਸੇ ਵੀ ਪੰਜਾਬ ਦੇ ਵਿੱਚ ਕਿਸੇ ਵੀ ਪਿੰਡ 'ਚ ਲੱਗਦੀ ਹੈ, ਉਹਦੇ ਵਿੱਚ ਵੀ ਬੜੀ ਮੋਟੀ ਕਮਿਸ਼ਨ ਚੱਲਦੀ ਹੈ।
ਉਹਨਾਂ ਗੱਲਾਂ ਨੂੰ ਕੰਟਰੋਲ ਕਰਨ ਵਾਸਤੇ ਜਦ ਕੇਂਦਰ ਦੇ ਕੋਲ ਇਹ ਇਖਤਿਆਰ ਹੋਏਗਾ ਕਿ ਉਹ ਖੁਦ ਆਪਣੇ ਦਿੱਤੀ ਹੋਈ ਗ੍ਰਾਂਟਾਂ ਦੀ ਇੰਪਲੀਮੈਂਟੇਸ਼ਨ, ਹਾਲਾਂਕਿ ਹਜੇ ਵੀ ਇਹ ਚੀਜ਼ ਹੈਗੀ ਹੈ ਕਿ ਜਿਹੜਾ ਐਕਸਪੈਂਡੀਚਰ ਦਾ ਇੱਕ ਰਿਪੋਰਟ ਸੂਬੇ ਦੀ ਸਰਕਾਰ ਨੂੰ ਦੇਣੀ ਪੈਂਦੀ ਹੈ ਕੇਂਦਰ ਨੂੰ, ਪਰ ਜਾਂਚ ਦਾ ਅਧਿਕਾਰ ਉਹ ਕੇਂਦਰ ਨੂੰ ਨਹੀਂ ਸੀਗਾ। ਜੇ ਇਹ ਅਧਿਕਾਰ ਮਿਲ ਗਿਆ ਤੇ ਤੁਹਾਨੂੰ ਈਡੀ ਦੇ ਕਈ ਦਫ਼ਤਰ ਪੰਜਾਬ ਦੇ ਵਿੱਚ ਹੋਰ ਨਵੇਂ ਖੁੱਲੇ ਮਿਲਣਗੇ, ਕਿਉਂਕਿ ਜਿਸ ਤਰੀਕੇ ਨਾਲ ਇਸ ਇਨਵੈਸਟੀਗੇਸ਼ਨ ਦੇ ਇਖਤਿਆਰ ਮਿਲਣ ਤੋਂ ਬਾਅਦ ਜਿਹੜੀ ਇਹ ਕਾਰਵਾਈ ਵਧੇਗੀ, ਤੇ ਮੈਨੂੰ ਲੱਗਦਾ ਹੈ ਕਿ ਜੇ ਸਰਕਾਰ ਕੋਈ ਦੂਜੀ ਆ ਗਈ, ਯਾਨੀ ਭਾਜਪਾ ਦੇ ਮਤਲਬ ਦੀ ਸਰਕਾਰ ਨਹੀਂ ਆਈ, ਤੇ ਫਿਰ ਈਡੀ ਦੇ ਦੌਰੇ ਪੰਜਾਬ ਦੇ ਵਿੱਚ ਹੋਰ ਵਧਣਗੇ। ਬਿਲਕੁਲ ਠੀਕ ਹੈ। ਔਰ ਭਾਸਕਰ ਸਾਹਿਬ, ਤੁਹਾਡੇ ਲੰਚ ਲੱਗਦਾ ਤਿਆਰ ਹੋ ਗਿਆ, ਆਵਾਜ਼ਾਂ ਵੂਜ਼ਾਂ ਆ ਰਹੀਆਂ ਸੀ, ਡਾਈਨਿੰਗ ਟੇਬਲ ਤੇ ਸੱਜ ਗਿਆ। ਆਪਾਂ ਇਹ ਮਹਿਫਲ, ਆ ਸ਼ਬਦਾਂ ਦੀ ਮਹਿਫਲ ਬਰਖਾਸਤ ਕਰ ਦਿੰਦੇ ਆ। ਤੁਸੀਂ ਦੀਵਾਲੀ ਮਨਾਓ, ਭਾਵੇਂ ਗ੍ਰੀਨ ਹੀ ਕਹਿੰਦੇ ਆ, ਪਰ ਮੇਰੇ ਵੱਲੋਂ ਦੋ ਕੁ ਜਿਹੜੀਆਂ ਏਦਾਂ ਫੁੱਲ ਝੜੀਆਂ ਚਲਾਉਣੀਆਂ ਹੁੰਦੀਆਂ ਨਾ, ਬਚਪਨ ਦੇ ਦਿਨ ਬੜੇ ਯਾਦ ਆਉਂਦੇ ਆ। ਸਿਆਣੇ ਸਿਉਣੇ ਹੋ ਕੇ ਕੱਖ ਨਹੀਂ ਜੇ ਖੱਟਿਆ ਜਾਂਦਾ। ਕਹਿੰਦੇ ਜੀ ਬਾਪੂ ਬਾਪੂ ਕਹਿੰਦੇ ਸੀ ਤੇ ਬੜੇ ਸੁਖਾਲੇ ਰਹਿੰਦੇ ਸੀ, ਹੈ ਜਦ ਦਾ ਬਾਪੂ ਖਵਾਇਆ ਸਾਨੂੰ ਭੋਰਾ, ਸੁੱਖ ਦਾ ਸਾਹ ਨਹੀਂ ਆਇਆ। ਸੋ ਅੱਜ ਤੁਸੀਂ 2-4 ਪਟਾਕੇ ਵਜਾ ਲੈਣੇ ਆ ਤੇ ਐ ਬਹੁਤਾ ਫਿਕਰ ਨਹੀਂ ਕਰਨਾ ਜੇ ਮਾੜਾ ਮੋਟਾ ਕੋਈ ਪਰਚਾ ਪੁਰਚਾ ਹੁੰਦਾ ਹੋਇਆ। ਤੇ ਕਹਿੰਦੇ ਆ ਕਿ ਪਰਚਿਆਂ ਥਾਣੀ ਸਿਆਸਤ ਦੇ ਰਾਹ ਖੁੱਲਦੇ। ਬਾਦਲ ਸਾਹਿਬ ਕਹਿੰਦੇ ਜਿੱਥੇ ਪਰਚਾ ਨਹੀਂ ਹੋਇਆ ਉਹ ਰਾਜਨੀਤੀ 'ਚ ਕਾਮਯਾਬ ਨਹੀਂ ਹੋ ਸਕਦਾ। ਤੇ ਬੜੇ ਸਾਰੇ ਜਰਨਲਿਸਟ ਰਾਜਨੀਤੀ 'ਚ ਆਏ, ਆਪਾਂ ਧੱਕ ਧੁੱਕ ਕੇ ਤੁਹਾਨੂੰ ਭੇਜ ਦੇਣਾ। ਮੈਂ ਇੱਕ ਹੋਰ ਭਾਸਕਰ ਸਾਹਿਬ ਬਾਰੇ ਗੱਲ ਦੱਸ ਦਿਆਂ ਕਿ ਭਾਸਕਰ ਸਾਹਿਬ ਪੰਜਾਬ ਦੇ ਜੰਮਪਲ ਨਹੀਂ ਤੇ ਪੰਜਾਬੀ ਇਹਨਾਂ ਦੀ ਬੁਨਿਆਦੀ ਭਾਸ਼ਾ ਨਹੀਂ ਸੀ। ਤੁਸੀਂ ਦੇਖੋ ਫਿਰ ਵੀ ਕਿੰਨੀ ਖੂਬਸੂਰਤ ਪੰਜਾਬੀ ਬੋਲਦੇ ਆ। ਪੰਜਾਬੀ 'ਚ ਐ ਪਰਪੱਕ ਹੋ ਚੱਲਿਆ। ਕਦੇ ਕਦੇ ਤੁਹਾਨੂੰ ਝੋਲਾ ਤੇ ਭੁਲੇਖਾ ਪੈਂਦਾ ਹੋਊਗਾ ਕਿ ਕੋਈ ਸ਼ਬਦ ਤਾਂਠਾ ਹੋ ਜਾਂਦਾ, ਪਰ ਖੂਬਸੂਰਤੀ ਇਹਨਾਂ ਦੀ ਬਹੁਤ ਆ ਬੋਲਣ ਚਾਲਣ 'ਚ। ਤੁਸੀਂ ਛਕੋ ਪ੍ਰਸ਼ਾਦਾ ਤੇ ਮੈਂ ਦਿੰਦਾ ਇਹਨਾਂ ਸ਼ਬਦਾਂ ਨੂੰ ਵਿਰਾਮ। ਬਹੁਤ ਧੰਨਵਾਦ। ਧੰਨਵਾਦ ਜੀ।